सत श्री अकाल स्टूडेंट्स, अज फिर तुहाडे लिए एक नवी वीडियो लैके आया और ये वीडियो खास होने जा रही है स्पीकिंग के लिए। बिकॉज स्पीकिंग दे विच बहुत सारे स्टूडेंट्स मिसटेक करते हैं जदों उन्होंने यूज़ करना पैंदा पास्ट इंडेफिनिट टेंस। पिछले 2-4 दिन के एनालिसिस किया कि तकरीबन 70-80% ਜਿਹੜੇ क्वेश्चन ਆ स्टूडेंट ਨੂੰ पास्ट ਵਿੱਚ ਪੁੱਛੇ ਜਾਂਦੇ और खास करके ਸਿੰਪਲ क्वेश्चन अगर ਤੁਹਾਨੂੰ पास्ट ਵਿੱਚ ਨਾ ਵੀ ਪੁੱਛੇ ਜਾਣ, क्यू कार्ड ਜਿਹੜੇ ਤੁਹਾਡੇ 90% पास्ट ਵਿੱਚ ਹੁੰਦੇ ਆ, क्यू कार्ड बोल ਲੈਂਦੇ ਆ बट ਟੈਂਸਸ ਨੂੰ ਗਲਤ यूज़ कर ਲੈਂਦੇ। ਸੋ ਇਸ ਕਰਕੇ ਅੱਜ ਦੀ ਖਾਸ ਵੀਡੀਓ ਲੈ ਕੇ ਆਇਆ कि पास्ट ਦੇ ਉਹ ਜਿੰਨੇ ਵੀ ਇੰਪੋਰਟੈਂਟ ਟੈਂਸਸ ਆ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਕਰਵਾ ਕੇ ਵਿਦ ਪ੍ਰੈਕਟਿਸ ਐਂਡ ਤਰੀਕਾ ਵੀ ਦੱਸ ਕੇ ਆਵਾਂ ਕਿ ਕਿਵੇਂ ਤੁਸੀਂ ਆਪਣੇ ਪਾਸਟ ਟੈਂਸ ਨੂੰ ਇੰਪਰੂਵ ਕਰਨਾ। ਸੋ ਸਟੂਡੈਂਟ ਅੱਜ ਦੀ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ, ਖਾਸ ਹੋਣ ਜਾ ਰਹੀ ਹੈ ਸਪੀਕਿੰਗ ਦੇ ਲਈ। ਪਾਸਟ ਦਾ ਕੋਈ ਵੀ ਟੈਂਸ ਜਿਹੜਾ ਇੰਪੋਰਟੈਂਟ ਆ ਇਸ ਵੀਡੀਓ ਦੇ ਵਿੱਚ ਕਵਰ ਕੀਤਾ ਜਾਊਗਾ ਐਂਡ ਉਸ ਤੋਂ ਬਾਅਦ ਤੁਹਾਨੂੰ ਪ੍ਰੈਕਟਿਸ ਟੈਸਟ ਵੀ ਦਿੱਤਾ ਜਾਊਗਾ ਕਿ ਪ੍ਰੈਕਟਿਸ ਕਿਵੇਂ ਕਰਨੀ ਹੈ, ਇਹਨਾਂ ਟੈਂਸਸ ਦੀ ਇੰਪਰੂਵ ਕਿਵੇਂ ਕਰਨਾ ਆਪਣੇ ਆਪ ਨੂੰ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ, ਡੈਫੀਨੇਟਲੀ ਤੁਸੀਂ ਕੁਝ ਨਾ ਕੁਝ ਗੇਨ ਕਰਕੇ ਜਾਓਗੇ। अगर नहीं गेन करके जाने तो मैं गारंटी ना कहना मेरी वीडियो ਨੂੰ डिसलाइक करके जाओ और ਮੈਨੂੰ कमेंट ਦੇ ਵਿੱਚ ਦੱਸ ਕੇ ਜਾਇਓ ਕਿ ਕਿਉਂ ਤੁਹਾਨੂੰ ਇਹ ਵੀਡੀਓ ਚੰਗੀ ਨਹੀਂ ਲੱਗੀ, ਤਾਂ ਕਿ ਤੁਹਾਡੇ ਲਈ ਅਗਲੀ ਵਾਰ ਤੋਂ ਵਧੀਆ ਕੰਟੈਂਟ ਲੈ ਕੇ ਆਵਾਂ। ਸੋ ਅਗਰ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਮੇਰੀ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਕਿ ਮੇਰੀ ਐਪ ਨੂੰ ਜਰੂਰ ਡਾਊਨਲੋਡ ਕਰਨਾ ਜਿੱਥੇ ਤੁਹਾਨੂੰ ਮੇਰੀਆਂ ਵੀਡੀਓਜ਼ ਬਿਲਕੁਲ ਫ੍ਰੀ ਆਫ ਕਾਸਟ ਐਂਡ ਬਹੁਤ ਜਲਦੀ ਮਿਲ ਸਕਦੀਆਂ। ਕਰਦੇ ਹਾਂ ਕਿਵੇਂ ਆਪਾਂ ਪਾਸਟ ਟੈਂਸ ਨੂੰ ਯੂਜ਼ ਕਰਨਾ ਵਾਈਲ ਸਪੀਕਿੰਗ ਇਨ ਦਾ ਆਈਐਲਟਸ। ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ हाउ टू टॉक इन पास्ट। पहला अपन लिए एग्जांपल्स कि किस किस तरीके के क्वेश्चन सानू पास्ट दे विच पूछे जांदे आ। सो फर्स्ट ऑफ ऑल एग्जांपल्स तुहाडी स्क्रीन दे उत्ते आ। डिड यू प्ले विद टॉयज इन योर चाइल्डहुड, कि तुसीं अपने बचपन दे विच खिडौणियां नाल खेडिया। हाउ डिड यू स्पेंड योर हॉलीडेज इन योर चाइल्डहुड, तुसीं अपने चाइल्डहुड विच अपणियां छुट्टियां किवें बिताउंदे सी। वट डिड यू स्टडी एट योर स्कूल, तुसीं अपने स्कूल दे विच की स्टडी कीती। सो तुसीं देख सकदे तीनों क्वेश्चन मेरे पास्ट दे आ बट तीनों क्वेश्चन नूं आंसर देने लिए मैनू अलग अलग टेंसेस की जरूरत पैनी है ਜਿਹੜੇ कि पास्ट ਦੇ ਹੋਣਗੇ। इस तरह क्यू कार्ड देख लिए। डिस्क्राइब अ टाइम वैन यू हैल्पड समवन, कोई टाइम दसो ਜਦੋਂ ਤੁਸੀਂ ਕਿਸੇ ਦੀ ਹੈਲਪ ਕੀਤੀ। ਸੋ ਤੁਹਾਡਾ ਜਿਹੜਾ क्यू कार्ड ਆ ਤੁਸੀਂ ਦੇਖ ਸਕਦੇ ਆ ਇਹ ਵੀ ਸਟੂਡੈਂਟ ਕੀ ਹੈਗਾ ਆ ਪਾਸਟ ਦੇ ਵਿੱਚ ਹੈਗਾ, ਹੈਲਪ ਲੱਗਿਆ ਹੋਇਆ। ਟਾਕ ਅਬਾਊਟ ਅ ਟੀਵੀ ਪ੍ਰੋਗਰਾਮ ਦੈਟ ਯੂ ਲਾਈਕਡ ਇਨ ਯੂਰ ਚਾਈਲਡਹੁੱਡ, ਕੋਈ ਟੀਵੀ ਪ੍ਰੋਗਰਾਮ ਜਿਹੜਾ ਤੁਸੀਂ ਆਪਣੇ ਬਚਪਨ ਦੇ ਵਿੱਚ ਲਾਈਕ ਕੀਤਾ। ਤੁਸੀਂ ਦੇਖ ਸਕਦੇ ਆ ਸਾਰੇ ਸਾਡੇ ਕੁਐਸਚਨ ਜਿਹੜੇ ਪਾਸਟ ਦੇ ਵਿੱਚ ਆ। ਕਿਵੇਂ ਆਪਾਂ ਇਹਨਾਂ ਕੁਐਸਚਨਸ ਦੇ ਆਨਸਰ ਦੇਣੇ ਆ ਤਾਂ ਕਿ ਅਸੀਂ ਇੱਕ ਵਧੀਆ ਸਕੋਰ ਅਚੀਵ ਕਰ ਸਕੀਏ ਐਂਡ ਐਗਜ਼ਾਮੀਨਰ ਨੂੰ ਇਹ ਸ਼ੋ ਕਰ ਸਕੀਏ ਕਿ ਮੈਨੂੰ ਹਰ ਤਰ੍ਹਾਂ ਦਾ ਟੈਂਸ ਬਣਾਉਣਾ ਆਉਂਦਾ ਆ। ਬਸ 20 ਤੋਂ 25 ਮਿੰਟ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਈਜ਼ੀਲੀ ਸਮਝ ਸਕਦੇ ਆ ਕਿ ਕਿਵੇਂ ਆਪਾਂ ਅਲੱਗ-ਅਲੱਗ ਟੈਂਸਸ ਨੂੰ ਯੂਜ਼ ਕਰਨਾ ਐਂਡ ਖਾਸ ਕਰਕੇ ਮੈਂ ਉਹੀ ਟੈਂਸ ਕਰਾਉਣੇ ਆ ਜਿਹੜੇ ਜ਼ਿਆਦਾ ਯੂਜ਼ ਹੁੰਦੇ ਆ। ਸੋ ਸਟੂਡੈਂਟ ਪਹਿਲਾਂ ਆਪਾਂ ਦੇਖਦੇ ਆ ਵੀ ਕਿਹੜੇ ਉਹ ਟੈਂਸ ਆ ਜਿਹੜੇ ਆਪਾਂ ਪਾਸਟ ਦੇ ਵਿੱਚ ਯੂਜ਼ ਕਰਨੇ ਆ। ਸੋ ਮੈਂ ਇੱਥੇ 4 ਤੋਂ 5 ਟੈਂਸ ਮੇਨ ਲਿਖੇ ਹੋਏ ਆ ਜਿਹੜੇ ਮੈਨੂੰ ਲੱਗਦਾ ਕਿ ਰੈਗੂਲਰਲੀ ਜ਼ਿਆਦਾ ਯੂਜ਼ ਹੁੰਦੇ ਪਾਸਟ ਦੇ ਵਿੱਚ। ਫਸਟ ਆਫ ਆਲ ਇਜ਼ ਪਾਸਟ ਇੰਡੈਫਿਨਾਈਟ। नंबर सैकेंड ਆਪਾਂ यूज टू ਨੂੰ ਜਾਂ ਫਿਰ would ਨੂੰ ਵੀ ਪਾਸਟ ਵਿੱਚ ਯੂਜ਼ ਕਰਦੇ ਆ। that is the most important according to me and I feel that most of the student make mistakes while using it। ਐਂਡ ਉਸ ਤੋਂ ਬਾਅਦ ਸਟੂਡੈਂਟ ਸਾਡਾ ਹੈਗਾ ਪਾਸਟ ਕੰਟੀਨਿਊਅਸ। ਉਸ ਬਾਅਦ ਮਾਡਲ ਕੁਡ ਜਿਹੜਾ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਯੂਜ਼ ਕੀਤਾ ਜਾਣਾ ਚਾਹੀਦਾ ਆ ਬਟ ਸਟੂਡੈਂਟਸ ਨਹੀਂ ਕਰਦੇ ਹੈਗੇ। ਸੋ ਬੇਸਿਕਲੀ ਅੱਜ ਦੀ ਵੀਡੀਓ 4 ਟੈਂਸਸ ਦੇ ਉੱਤੇ ਹੋਣ ਵਾਲੀ ਹੈ, ਬਹੁਤੀ ਲੰਬੀ ਵੀਡੀਓ ਨਹੀਂ ਹੋਣੀ। ਔਰ ਇਸ ਵੀਡੀਓ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਸਟੂਡੈਂਟ ਮੈਂ ਜਿਹੜੀ ਤੁਹਾਨੂੰ ਕਰਾਉਣੀ ਆ ਕਿ ਆਪਾਂ ਜਿੰਨੇ ਵੀ ਇਹ ਟੈਂਸ ਸਿੱਖਣੇ ਆ ਸਾਰੇ ਟੈਂਸਾਂ ਦੇ ਲਈ ਮੈਂ ਇੱਕ ਪੈਰਾਗ੍ਰਾਫ ਰੈਡੀ ਕੀਤਾ ਤਾਂ ਕਿ ਤੁਹਾਨੂੰ ਪ੍ਰੈਕਟਿਸ ਕਰਨੀ ਵੀ ਈਜ਼ੀ ਹੋ ਜਾਵੇ ਤੇ ਤੁਸੀਂ ਆਪਣੇ ਆਪ ਹੀ ਇਸ ਤਰੀਕੇ ਦੇ ਨਾਲ ਪੈਰਾਗ੍ਰਾਫ ਬਣਾ ਕੇ ਪਾਸਟ ਟੈਂਸ ਦੀ ਪ੍ਰੈਕਟਿਸ ਕਰ ਸਕੋ। ਸੋ ਸਾਰਿਆਂ ਤੋਂ ਐਂਡ ਦੇ ਵਿੱਚ ਇਹ ਚੀਜ਼ ਤੁਹਾਡੇ ਲਈ ਲੈ ਕੇ ਆਉਂਗਾ। ਸੋ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਕਿਵੇਂ ਇਹਨਾਂ ਟੈਂਸਸ ਨੂੰ ਕਰਨਾ ਹੈਗਾ। ਸੋ ਸਟੂਡੈਂਟਸ ਜਿਹੜੇ ਦੋ ਮੇਨ ਟੈਂਸ ਆ ਉਹ ਮੈਂ ਤੁਹਾਡੀ ਸਕਰੀਨ ਦੇ ਉੱਤੇ ਲੈ ਆਇਆ ਔਰ ਇਹ ਟੈਂਸ ਜਿਹੜੇ ਦੋ ਆ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਯੂਜ਼ ਹੋਣੇ ਆ ਬਟ ਸਟੂਡੈਂਟ ਇਹਨਾਂ ਨੂੰ ਯੂਜ਼ ਨਹੀਂ ਕਰਦੇ ਹੈਗੇ। ਪਾਸਟ ਇੰਡੈਫਿਨਿਟ ਨੂੰ ਕਿਤੇ ਨਾ ਕਿਤੇ ਕਰ ਲੈਂਦੇ ਬਟ ਯੂਜ਼ ਟੂ ਐਂਡ ਵੁੱਡ ਤਾਂ ਬਹੁਤ ਹੀ ਘੱਟ ਸਟੂਡੈਂਟ ਯੂਜ਼ ਕਰਦੇ ਆ ਜਿਹੜਾ ਕਿ ਬਹੁਤ ਜ਼ਿਆਦਾ ਯੂਜ਼ ਹੋਣਾ ਹੁੰਦਾ। ਸੋ ਹੁਣ ਆਪਾਂ ਸਮਝਦੇ ਹਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਆ। ਫਸਟ ਆਫ ਆਲ ਲੈਟਸ ਹੈਵ ਅ ਲੁੱਕ ਐਟ ਦਾ ਪਾਸਟ ਇੰਡੈਫਿਨਾਈਟ ਟੈਂਸ। ਪਾਸਟ ਇੰਡੈਫਿਨਾਈਟ ਨੂੰ ਆਪਾਂ ਕਦੋਂ ਯੂਜ਼ ਕਰਨਾ ਪਹਿਲਾਂ ਦੇਖਦੇ ਹਾਂ। ਦ ਯੂਜ਼ਸ ਸਮਥਿੰਗ ਹੈਪਨਡ ਓਨਲੀ ਵਾਂਸ ਐਟ ਏ ਟਾਈਮ ਇਨ ਪਾਸਟ। ਪਾਸਟ ਇੰਡੈਫਿਨਾਈਟ ਟੈਂਸ ਨੂੰ ਉਦੋਂ ਯੂਜ਼ ਕਰਨਾ ਜਦੋਂ ਤੁਸੀਂ ਇਹੋ ਜੀ ਗੱਲ ਕਰਨੀ ਚਾਹੁੰਦੇ ਆ ਜਿਹੜੀ ਤੁਹਾਡੇ ਪਾਸਟ ਦੇ ਵਿੱਚ ਕਿਸੇ ਇੱਕ ਪਾਰਟਿਕੂਲਰ ਟਾਈਮ ਤੇ ਸਿਰਫ ਇੱਕ ਵਾਰ ਹੋਈ ਆ, ਰੈਗੂਲਰਲੀ ਉਹ ਨਹੀਂ ਹੁੰਦੀ ਸੀਗੀ। ਔਨ ਦਾ ਅਦਰ ਹੈਂਡ ਅਗਰ ਮੈਂ ਯੂਜ਼ ਟੂ ਦੀ ਗੱਲ ਕਰਾਂ ਤਾਂ ਮੈਂ ਥੋੜਾ ਜਿਹਾ ਇੱਥੇ ਕੰਪੇਅਰ ਕਰ ਦਵਾਂ। ਯੂਜ਼ ਟੂ ਨੂੰ ਜਾਂ ਵੁੱਡ ਨੂੰ ਆਪਾਂ ਉਦੋਂ ਯੂਜ਼ ਕਰਦੇ ਆ when we have to say that action repeated in past but no longer true at present or ਜਾਂ ਫਿਰ ਆਪਾਂ ਕਹ ਲਈਏ ਪਾਸਟ ਦੀਆਂ ਹੈਬਿਟਸ ਨੂੰ ਦੱਸਣ ਲਈ। ਸੋ ਪਾਸਟ ਇੰਡੈਫਿਨਿਟ ਐਂਡ ਯੂਜ਼ ਟੂ ਜਾਂ ਵੁੱਡ ਦੇ ਵਿੱਚ ਡਿਫਰੈਂਸ ਕੀ ਆ? ਡਿਫਰੈਂਸ ਇਹ ਆ ਕਿ ਪਾਸਟ ਇੰਡੈਫਿਨਿਟ ਨੂੰ ਆਪਾਂ ਯੂਜ਼ ਕਰਦੇ ਆ ਜਦੋਂ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਨਾ ਕੋਈ ਚੀਜ਼ ਇੱਕ ਵਾਰ ਹੀ ਹੋਈ ਆ ਜਾਂ ਇੱਕ ਪਾਰਟਿਕੂਲਰ ਟਾਈਮ ਤੇ ਹੋਈ ਆ, ਜਦ ਕਿ ਯੂਜ਼ ਟੂ ਜਾਂ ਫਿਰ ਵੁੱਡ ਨੂੰ ਆਪਾਂ ਯੂਜ਼ ਕਰਦੇ ਜਦੋਂ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਚੀਜ਼ ਰਿਪੀਟਡਲੀ ਹੁੰਦੀ ਸੀ ਜਾਂ ਮੈਂ ਕਹਿ ਦਿੰਦਾ ਵਾ ਕਿ ਮੈਂ ਕਰਦਾ ਹੁੰਦਾ ਸੀ, ਉਦੋਂ ਆਪਾਂ ਇਸ ਵਾਲੇ ਟੈਂਸ ਨੂੰ ਯੂਜ਼ ਕਰਦੇ ਆ।
ਹੁਣ मैं कीवर्ड की गल करा तो आप पहला पास्ट इंडेफिनाइट की गल करांगे कि पास्ट इंडेफिनाइट की पछाण हैगी जिद्दां मैं कह देवां कि मैं लास्ट मंथ किते गया, मैं लास्ट ईयर किते गया, मैं लास्ट वीक नवा फोन खरीदिया, लास्ट हॉलीडेज दे विच मैं शिमले गया, लास्ट संडे मैं अपनी फैमिली दे नाल टाइम स्पेंड किया, 2010 दे विच असीं नवां घर बनाया। सो ये सारे जिन्ने भी मैं एक्शन बोले आ ये अपनी लाइफ दे विच सिर्फ एक बार होए आ। ते जदों तुसीं कोई कहना चाहुंदे आ कि मैं कुछ ना कुछ पिछले महीने, पिछले साल, पिछली दिवाली ते इस साल दे विच, इस महीने दे विच एक बार कीता कोई ना कोई एक्शन जिहड़ा रिपीट नहीं होया दोबारा, वो हमेशा पास्ट इंडेफिनाइट दे विच बोलिया जांदा आ। ऑन द अदर हैंड अगर मैं यूज टू की गल करां तो मैं तुहानूं दस्सिया यूज टू आपां उदों वरतना जदों आपां ये कहना चाहुंदे आ कि ये वाला एक्शन मैं बार बार करदा हुंदा सी, एक बार नहीं कीता, बार बार करदा हुंदा सी। इट मीनस कि ये मेरा रिपीटेड एक्शन सीगा पास्ट दे विच, जां फिर कह ला मैं कि ये मेरी आदत सीगी। ਇਹਦੇ ਵਿੱਚ कीवर्ड्स की ਹੋਣਗੇ ਉਹਦੀ भी मैं गल करूँगा। पहला ਆਪਾਂ पास्ट इंडेफिनिट चलिए। सो पास्ट इंडेफिनिट टेंस बनाउण दे लई स्टूडेंट सानू स्ट्रक्चर ਜਿਹੜਾ फॉलो करना पैना ਤੁਹਾਡੀ ਸਕਰੀਨ ਤੇ ਆ। सब्जैक्ट प्लस वर्ब की सैकेंड फॉर्म एंड ऑब्जैक्ट मीनस की आ कि मैं किते गया, सैकेंड फॉर्म लगूगी। ਤੇ ਨੈਗੇਟਿਵ ਬਣਾਉਣ ਦੇ ਲਈ ਸਟੂਡੈਂਟ ਸਬਜੈਕਟ ਪਲਸ ਡਿਡ ਨੋਟ ਐਂਡ ਵਰਬ ਦੀ ਜਿਹੜੀ ਮੇਨ ਵਰਬ ਆ ਉਹ V1 ਚ ਕਨਵਰਟ ਹੋ ਜਾਣੀ ਆ। ਕੁਐਸਚਨ ਲਈਏ ਇਹਦੇ ਨਾਲ, what did you do during your recent holidays? ਨੰਬਰ ਸੈਕੰਡ, when did you visit a library for the first time? ਹੁਣ ਦੇਖੋ ਦੋਨੋਂ ਕੁਐਸਚਨ ਦੇ ਵਿੱਚ ਮੈਂ ਜਿਹੜੇ ਰੈੱਡ ਕਲਰ ਦੇ ਨਾਲ ਹਾਈਲਾਈਟ ਕੀਤੇ ਆ ਸਟੂਡੈਂਟ, ਇਹ ਸਾਡੇ ਹੈਗੇ ਆ ਕੀਵਰਡ। ਕੀਵਰਡ ਮੀਨਸ ਕੀ ਆ ਕਿ ਜਦੋਂ ਕਿਤੇ ਤੁਹਾਨੂੰ ਇਹ ਵਾਲਾ ਕੀਵਰਡ ਦੇਖਣ ਨੂੰ ਮਿਲ ਜਾਵੇ ਇਸ ਤਰ੍ਹਾਂ ਦਾ, ਲਾਸਟ ਮੰਥ, ਲਾਸਟ ਈਅਰ, ਲਾਸਟ ਟਾਈਮ, ਯੂਅਰ ਲਾਸਟ ਹੌਲੀਡੇਜ਼, ਦੈਨ ਤੁਸੀਂ ਹਮੇਸ਼ਾ ਹੀ ਪਾਸਟ ਇੰਡੈਫੀਨਾਈਟ ਦੇ ਵਿੱਚ ਆਨਸਰ ਦੇਣਾ ਆ। ਕਦੀ ਵੀ ਯੂਜ਼ ਟੂ ਜਾਂ ਵੁੱਡ ਨੂੰ ਯੂਜ਼ ਨਹੀਂ ਕਰਨਾ, ਬਿਕੋਜ਼ ਇੱਥੇ ਤੁਹਾਨੂੰ ਐਗਜ਼ਾਮੀਨਰ ਕੀ ਪੁੱਛ ਰਿਹਾ ਕਿ ਤੁਸੀਂ ਆਪਣੀਆਂ ਰੀਸੈਂਟ ਜਿਹੜੀਆਂ ਤੁਹਾਡੀਆਂ ਪਿਛਲੀਆਂ ਛੁੱਟੀਆਂ ਸੀ ਉਹ ਕਿਵੇਂ ਬਿਤਾਈਆਂ। ਇਟ ਮੀਨਸ ਕਿ ਉਹ ਤੁਹਾਨੂੰ ਸਿਰਫ ਤੁਹਾਡੀਆਂ ਪਿਛਲੀਆਂ ਛੁੱਟੀਆਂ ਦੇ ਬਾਰੇ ਗੱਲ ਕਰਦਾ ਪਿਆ, ਇੱਕ ਵਾਰ ਦੀ ਗੱਲ ਕਰਦਾ ਪਿਆ। ਉਸ ਤੋਂ ਬਾਅਦ ਉਹ ਕਹਿੰਦਾ ਕਿ ਤੁਸੀਂ ਪਹਿਲੀ ਵਾਰੀ ਲਾਇਬ੍ਰੇਰੀ ਕਦੋਂ ਵਿਜ਼ਿਟ ਕੀਤੀ ਹੈ। ਸੋ ਪਹਿਲੀ ਵਾਰੀ ਹਮੇਸ਼ਾ ਇੱਕ ਵਾਰ ਹੀ ਹੋਊਗਾ, ਬਾਰ-ਬਾਰ ਤਾਂ ਪਹਿਲੀ ਵਾਰ ਹੋਣੀ ਨਹੀਂ। ਸੋ ਇਹ ਸਾਰੇ ਟੈਂਸਸ ਦਾ ਜਿਹੜਾ ਆਪਾਂ ਆਨਸਰ ਆ, ਕੁਐਸਚਨ ਦਾ ਆਨਸਰ ਆ ਪਾਸਟ ਇੰਡੈਫੀਨਿਟ 'ਚ ਦੇਣਾ। ਸੋ ਆ ਕੀਵਰਡਸ ਨੂੰ ਸਟੂਡੈਂਟ ਮਾਈਂਡ ਦੇ ਵਿੱਚ ਰੱਖਣਾ ਆ। ਇਹ ਜਦੋਂ ਕਿਤੇ ਪੁੱਛੇ ਜਾਂਦੇ ਆ ਉਦੋਂ ਤੁਸੀਂ ਪਾਸਟ ਇੰਡੈਫੀਨਾਈਟ ਹੀ ਯੂਜ਼ ਕਰਨਾ। ਮੈਂ ਇਹਦਾ ਆਨਸਰ ਦਿੰਦਾ ਹੁਣ, ਡਿਊਰਿੰਗ ਮਾਈ ਲਾਸਟ ਹੌਲੀਡੇਜ਼। ਮੈਂ ਅਗੇਨ ਇਹਨੂੰ ਹਾਈਲਾਈਟ ਕੀਤਾ ਕਿ ਮੈਂ ਆਪਣੀਆਂ ਲਾਸਟ ਹੌਲੀਡੇਜ਼ ਦੇ ਵਿੱਚ ਆਈ ਵਿਜ਼ਿਟਡ, ਦੇਖੋ ਮੈਂ ਇੱਥੇ ਸਬਜੈਕਟ ਪਲੱਸ ਵਰਬ ਦੀ ਸੈਕਿੰਡ ਫਾਰਮ ਨੂੰ ਯੂਜ਼ ਕੀਤਾ ਕਿ ਮੈਂ ਵਿਜ਼ਿਟ ਕੀਤਾ ਕਿਹਨੂੰ, ਵਨ ਆਫ ਮਾਈ ਓਲਡ ਫਰੈਂਡਸ ਇਨ ਆਸਟ੍ਰੇਲੀਆ। ਮੈਂ ਆਪਣੀਆਂ ਲਾਸਟ ਛੁੱਟੀਆਂ ਦੇ ਵਿੱਚ ਆਪਣੇ ਦੋਸਤ ਕੋਲ ਗਿਆ ਆਸਟ੍ਰੇਲੀਆ ਦੇ ਵਿੱਚ। ਆਈ ਸਟੇਡ, ਸੈਕਿੰਡ ਫਾਰਮ ਫਿਰ ਮੈਂ ਯੂਜ਼ ਕੀਤੀ ਆ ਕਿ ਮੈਂ ਉੱਥੇ ਰਿਹਾ। ਆਈ ਸਟੇਡ ਦੇਅਰ ਫॉर 15 days ਐਂਡ ਡਿਊਰਿੰਗ ਦਿਸ ਟਾਈਮ, ਤੇ ਇਸ ਟਾਈਮ ਦੇ ਦੌਰਾਨ ਆਈ ਵਿਜ਼ਿਟਡ, ਮੈਂ ਵਿਜ਼ਿਟ ਕੀਤਾ। ਕੀ ਵਿਜ਼ਿਟ ਕੀਤਾ ਮੈਂ, ਆਈ ਵਿਜ਼ਿਟਡ ਅ ਨੰਬਰ ਆਫ ਪਲੇਸਿਸ ਦੇਅਰ, ਤੇ ਮੈਂ ਉੱਥੇ ਕਾਫੀ ਪਲੇਸਿਸ ਵਿਜ਼ਿਟ ਕੀਤੇ। ਸੋ ਇਸ ਟੈਂਸ ਨੂੰ ਤੁਸੀਂ ਈਜ਼ੀਲੀ ਦੇਖ ਸਕਦੇ ਆ ਕਿ ਮੈਂ ਕਿਉਂ ਵਰਤ ਰਿਹਾ ਪਾਸਟ ਇੰਡੈਫੀਨਿਟ, ਬਿਕੋਜ਼ ਇਹ ਮੈਂ ਸਿਰਫ ਇੱਕ ਵਾਰ ਦੀ ਗੱਲ ਕਰਦਾ ਪਿਆ ਆਪਣੇ ਲਾਸਟ ਹੌਲੀਡੇਜ਼ ਦੀ। ਉੱਦਾਂ ਰੈਗੂਲਰ ਹੌਲੀਡੇਜ਼ ਤੇ ਮੈਂ ਕੀ ਕਰਦਾ ਉਹ ਇੱਥੇ ਗੱਲ ਨਹੀਂ ਹੋ ਰਹੀ ਹੈਗੀ। ਸੋ ਪਾਸਟ ਇੰਡੈਫੀਨਿਟ ਦੇ ਵਿੱਚ ਲਾਸਟ ਟਾਈਮ ਦੀ ਗੱਲ ਸੀਗੀ ਜਾਂ ਰੀਸੈਂਟ ਹੌਲੀਡੇਜ਼ ਦੀ ਗੱਲ ਸੀ, ਮੈਂ ਸਿਰਫ ਤੇ ਸਿਰਫ ਪਾਸਟ ਇੰਡੈਫੀਨਿਟ 'ਚ ਗੱਲ ਕਰ ਰਿਹਾ। ਨੰਬਰ ਸੈਕੰਡ ਕੁਐਸਚਨ ਸੀਗਾ ਕਿ ਵੈਨ ਡਿਡ ਯੂ ਵਿਜ਼ਿਟ ਅ ਲਾਇਬ੍ਰੇਰੀ ਫॉर द फर्स्ट टाइम। आई वेंट, मैं इतने फिर सैकेंड फॉर्म लाती है। आई वेंट टू अ लाइब्रेरी फॉर द वेरी फर्स्ट टाइम वैन आई वाज इन कॉलेज। सो मैं पहली बारी कदों लाइब्रेरी गया, जदों मैं कॉलेज दे विच सी। सो देख लो कीवर्ड्स नूं मैं किवें हाईलाइट करके तुहानूं पास्ट इंडेफिनिट समझाउण दी कोशिश कर रहा। समझाउण दा मकसद यह है कि स्टूडेंट इहदे विच मिसटेक करते हैं। मिसटेक की करते हैं, जे उन्होंने सवाल पूछा जाए कि वैन डिड यू विजिट लाइब्रेरी फॉर द फर्स्ट टाइम, वो की कहते हैं आई वाज गो टू लाइब्रेरी लास्ट टाइम। आई वाज गो मीनस कि हैल्पिंग वर्ब बी वर्ब के नाल कभी भी वर्ब की फर्स्ट फॉर्म यूज नहीं होंदी। दैट इज़ ए मिसटेक। यू हैव टू यूज वर्ब की सैकेंड फॉर्म जदों तुहानूं ये पूछा जाए लास्ट मंथ, लास्ट ईयर, पिछले साल, इस तरीक ते तुसीं की कीता सीगा, एक बार दी जदों गल होगी। ਹੁਣ ਸਟੂਡੈਂਟ ਹੋਪ ਹੈ ਕਿ ਮੈਨੂੰ ਤੁਹਾਨੂੰ ਪਾਸਟ ਇੰਡੈਫੀਨਾਈਟ ਪਤਾ ਲੱਗ ਗਿਆ ਹੋਊਗਾ। ਹੁਣ ਚੱਲਦੇ ਹਾਂ ਯੂਜ਼ ਟੂ ਐਂਡ ਵੁੱਡ ਦੇ ਉੱਤੇ ਤਾਂ ਕਿ ਦੋਨਾਂ ਦੇ ਵਿੱਚ ਡਿਫਰੈਂਸ ਕਲੀਅਰ ਹੋ ਜਾਵੇ। ਸੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਆਇਆ ਕਿ ਯੂਜ਼ ਟੂ ਜਾਂ ਵੁੱਡ ਨੂੰ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਐਕਸ਼ਨ ਇੱਕ ਵਾਰ ਨਹੀਂ ਹੋਇਆ, ਇਹ ਐਕਸ਼ਨ ਪਾਸਟ ਦੇ ਵਿੱਚ ਬਾਰ-ਬਾਰ ਹੁੰਦਾ ਸੀਗਾ। ਹਾਂ, ਬਟ ਐਟ ਪ੍ਰੈਜ਼ੈਂਟ ਇਹ ਐਕਸ਼ਨ ਨਹੀਂ ਹੋ ਰਿਹਾ, ਪਾਸਟ ਵਿੱਚ ਰਿਪੀਟ ਹੁੰਦਾ ਸੀਗਾ। ਕਿਉਂਕਿ ਜੇਕਰ ਆਪਾਂ ਪ੍ਰੈਜ਼ੈਂਟ ਤੇ ਐਕਸ਼ਨ ਰਿਪੀਟ ਕਰਨਾ ਹੋਵੇ, ਮੈਂ ਇਹ ਕਹਿਣਾ ਹੋਵੇ ਕਿ ਮੈਂ ਹਰ ਰੋਜ਼ ਸਕੂਲ ਜਾਂਦਾ ਹਾਂ, ਪ੍ਰੈਜ਼ੈਂਟ ਇੰਡੈਫੀਨਾਈਟ ਲੱਗੂਗਾ, ਨਾ ਕਿ ਯੂਜ਼ ਟੂ ਜਾਂ ਵੁੱਡ। ਸੋ ਯੂਜ਼ ਟੂ ਜਾਂ ਵੁੱਡ ਕਹਿ ਲਈਏ ਪ੍ਰੈਜ਼ੈਂਟ ਇੰਡੈਫੀਨਾਈਟ ਦੀ ਜਗ੍ਹਾ ਤੇ ਪਾਸਟ ਦੇ ਵਿੱਚ ਯੂਜ਼ ਕਰ ਲਿਆ ਜਾਂਦਾ ਆ। ਸੋ
ਹੁਣ ਆਪਾਂ ਦੇਖੀਏ ਕੀ ਹੈਗਾ ਕਿ ਐਕਸ਼ਨ ਰਿਪੀਟਡ ਇਨ ਪਾਸਟ ਬਟ ਨੋ ਲੋਂਗਰ ਟਰੂ ਐਟ ਪ੍ਰੈਜ਼ੈਂਟ, ਜਾਂ ਮੈਂ ਕਹਿ ਲਵਾਂ ਕਿ ਪਾਸਟ ਦੀਆਂ ਮੇਰੀਆਂ ਆਦਤਾਂ ਮੀਨਸ ਕੀ ਆ ਕਿ ਮੈਂ ਬਚਪਨ ਵਿੱਚ ਜਾਂ ਪਾਸਟ ਵਿੱਚ ਕੀ ਕਰਦਾ ਹੁੰਦਾ ਸੀ। ਸਟਰਕਚਰ ਤੁਹਾਡੀ ਸਕਰੀਨ ਤੇ ਹੈ, ਸਬਜੈਕਟ ਪਲੱਸ ਯੂਜ਼ ਟੂ ਲਗਾ ਲਓ ਜਾਂ ਵੁੱਡ ਲਗਾ ਲਓ, ਪਲੱਸ ਵਰਬ ਦੀ ਫਸਟ ਫਾਰਮ ਹੀ ਲੱਗਣੀ ਆ ਬਿਕੋਜ਼ ਯੂਜ਼ ਟੂ ਐਂਡ ਵੁੱਡ ਜਿਹੜੇ ਆ ਪਾਸਟ ਨੂੰ ਰਿਫਲੈਕਟ ਕਰਨਗੇ। ਨੰਬਰ ਸੈਕੰਡ ਤੇ ਨੈਗੇਟਿਵ ਦੇ ਵਿੱਚ ਡਿਡ ਨੋਟ ਲਾ ਕੇ ਯੂਜ਼ ਨੇ ਜਿਹੜਾ ਯੂਜ਼ ਟੂ ਰਹਿ ਜਾਣਾ ਕੱਲਾ। ਸਟੂਡੈਂਟ ਇਹ ਚੀਜ਼ਾਂ ਦਾ ਖਿਆਲ ਰੱਖਣਾ ਹੈ। ਕੁਐਸਚਨ ਲਈਏ ਹੁਣ, ਹਾਊ ਡਿਡ ਯੂ ਯੂਜ਼ ਟੂ ਸਪੈਂਡ ਯੂਰ ਹੌਲੀਡੇਜ਼ ਡਿਊਰਿੰਗ ਯੂਰ ਸਕੂਲ। ਹੁਣ ਇੱਥੇ ਕੀ ਕਹਿ ਰਿਹਾ ਸਟੂਡੈਂਟ ਕਿ ਤੁਸੀਂ ਆਪਣੇ ਹੌਲੀਡੇਜ਼ ਨੂੰ ਕਿਵੇਂ ਸਪੈਂਡ ਕਰਦੇ ਸੀ, ਯੂਜ਼ ਟੂ ਲੱਗਿਆ ਹੋਇਆ ਇੱਥੇ, ਤੁਸੀਂ ਆਪਣੇ ਹੌਲੀਡੇਜ਼ ਨੂੰ ਕਿਵੇਂ ਸਪੈਂਡ ਕਰਦੇ ਸੀਗੇ ਡਿਊਰਿੰਗ ਯੂਅਰ ਸਕੂਲ। ਹੁਣ ਦੇਖੋ ਕਿ ਸਕੂਲ ਜਿਹੜਾ ਆ ਮੇਰਾ ਉਹ ਇੱਕ ਵਾਰ ਦੀ ਤਾਂ ਗੱਲ ਨਹੀਂ ਹੈਗੀ, ਸਕੂਲ ਦੇ ਵਿੱਚ ਤਾਂ ਮੈਂ ਘੱਟੋ ਘੱਟ 5-10 ਸਾਲ ਰਿਹਾ ਹੋਊਗਾ, 12 ਸਾਲ ਰਿਹਾ ਹੋਊਗਾ। ਤੇ ਇਹਦਾ ਮਤਲਬ ਉਹਦੇ ਕਹਿਣ ਦਾ ਮਤਲਬ ਕਿ ਤੁਹਾਨੂੰ ਸਕੂਲ 'ਚ ਜਿੰਨੀ ਵਾਰ ਵੀ ਛੁੱਟੀਆਂ ਪੈਂਦੀਆਂ ਸੀਗੀਆਂ ਤੁਸੀਂ ਉਹਨੂੰ ਕਿਵੇਂ ਸਪੈਂਡ ਕਰਦੇ ਸੀ। ਇੱਕ ਵਾਰ ਦੀ ਗੱਲ ਨਹੀਂ ਕੀਤੀ, ਰੀਸੈਂਟ ਹੌਲੀਡੇਜ਼ ਦੀ ਗੱਲ ਨਹੀਂ ਕੀਤੀ, ਜਾਂ ਉਹਨੇ ਇਹ ਨਹੀਂ ਕਿਹਾ ਕਿ 10ਵੀਂ ਦੀਆਂ ਛੁੱਟੀਆਂ ਤੁਸੀਂ ਕਿਵੇਂ ਬਿਤਾਈਆਂ, ਇੱਕ ਵਾਰ ਦੀ ਗੱਲ ਨਹੀਂ ਕਰ ਰਿਹਾ। ਉਹ ਕਹਿੰਦਾ ਤੁਹਾਡੇ ਸਕੂਲ 'ਚ ਜਿੰਨੀ ਵਾਰ ਵੀ ਤੁਹਾਨੂੰ ਛੁੱਟੀਆਂ ਪਈਆਂ ਤੁਸੀਂ ਉਹ ਕਿਵੇਂ ਸਪੈਂਡ ਕਰਦੇ ਸੀਗੇ। ਇਹ ਕੁਐਸਚਨ ਪਾਸਟ ਇੰਡੈਫਿਨਿਟ 'ਚ ਵੀ ਪੁੱਛਿਆ ਜਾ ਸਕਦਾ, ਇਸ਼ੂ ਨਹੀਂ ਕੋਈ ਹੈਗਾ, ਬਟ ਆਨਸਰ ਸਾਨੂੰ ਸੋਚ ਕੇ ਦੇਣਾ ਪੈਣਾ। ਇੱਕ ਕੁਐਸਚਨ ਹੋਰ ਦੇਖ ਲਈਏ ਫਿਰ ਆਨਸਰ ਕਰਦੇ ਹਾਂ। ਹਾਊ ਵਾਜ਼ ਯੂਅਰ ਚਾਈਲਡਹੁੱਡ, ਤੁਹਾਡਾ ਚਾਈਲਡਹੁੱਡ ਕਿਵੇਂ ਦਾ ਸੀਗਾ। ਹੁਣ ਤੁਸੀਂ ਆਪਣੇ ਚਾਈਲਡਹੁੱਡ ਨੂੰ ਦੱਸੋਗੇ ਵੀ ਤੁਹਾਡਾ ਚਾਈਲਡਹੁੱਡ ਕਿੱਦਾਂ ਦਾ ਸੀ, ਤਾਂ ਫਿਰ ਤੁਸੀਂ ਇੱਥੇ ਕੀ ਕਹਿੰਦੇ ਕਿ ਮੈਂ ਆਪਣੇ ਚਾਈਲਡਹੁੱਡ ਦੇ ਵਿੱਚ ਆਪਣੇ ਦੋਸਤਾਂ ਨਾਲ ਖੇਡਦਾ ਹੁੰਦਾ ਸੀ। ਜਦੋਂ ਐਕਸ਼ਨ ਰਿਪੀਟ, ਹੁਣ ਖੇਡਦਾ ਹੁੰਦਾ ਸੀ ਮੀਨਸ ਕਿ ਤੁਹਾਡੇ ਬਚਪਨ ਵਿੱਚ ਤੁਸੀਂ ਰੋਜ਼ ਹੀ ਖੇਡਦੇ ਹੁੰਦੇ ਸੀ, ਰਿਪੀਟ ਹੁੰਦਾ ਸੀ ਐਕਸ਼ਨ। ਆਈ ਯੂਜ਼ ਟੂ ਫਲਾਈ ਕਾਈਟਸ, ਮੈਂ ਪਤੰਗ ਉਡਾਉਂਦਾ ਹੁੰਦਾ ਸੀ। ਹੁਣ ਇੱਦਾਂ ਤਾਂ ਹੈ ਨਹੀਂਗਾ ਕਿ ਪਤੰਗ ਉਡਾਇਆ ਇੱਕ ਵਾਰੀ, ਤੁਸੀਂ ਹਰ ਵਾਰੀ ਆਪਣੇ ਬਚਪਨ ਦੇ ਵਿੱਚ ਪਤੰਗ ਉਡਾਉਂਦੇ ਸੀ ਰੈਗੂਲਰ ਬੇਸਿਸ ਤੇ। ਤਾਂ ਜਿਹੜਾ ਵੀ ਐਕਸ਼ਨ ਰਿਪੀਟ ਹੋਊਗਾ ਦੈਟ ਇਜ਼ ਯੂਜ਼ ਟੂ ਜਾਂ ਫਿਰ ਵੁੱਡ। ਸੋ ਆਨਸਰ ਦੇਖੀਏ ਨਾ ਕੁਐਸਚਨਸ ਤੇ ਕੀ ਹੈਗੇ ਆ। ਆਈ ਯੂਜ਼ ਟੂ ਵਿਜ਼ਿਟ ਮਾਈ ਮੈਟਰਨਲ ਅੰਕਲ ਡਿਊਰਿੰਗ ਮਾਈ ਹੌਲੀਡੇਜ਼, ਮੀਨਿੰਗ ਕੀ ਹੋ ਗਿਆ ਕਿ ਮੈਂ ਆਪਣੇ ਮਾਮਿਆਂ ਦੇ ਜਾਂਦਾ ਹੁੰਦਾ ਸੀ ਛੁੱਟੀਆਂ ਦੇ ਵਿੱਚ। ਇਟ ਮੀਨਸ ਕਿ ਜਦੋਂ ਵੀ ਮੈਨੂੰ ਛੁੱਟੀਆਂ ਪੈਣੀਆਂ ਮੈਂ ਮਾਮਿਆਂ ਦੇ ਬਾਰ-ਬਾਰ ਜਾਂਦਾ ਹੁੰਦਾ ਸੀਗਾ। ਸੋ ਉੱਥੇ ਮੈਂ ਕਰਦਾ ਐਂਡ ਵੁੱਡ ਲਿਵ ਦੇਅਰ ਫॉर ਏ ਲੌਂਗ ਟਾਈਮ, ਤੇ ਮੈਂ ਉੱਥੇ ਹਮੇਸ਼ਾ ਲੰਬਾ ਸਮਾਂ ਰਹਿ ਕੇ ਆਉਂਦਾ ਹੁੰਦਾ ਸੀ। ਸੋ ਇੱਥੇ ਦੇਖ ਲਓ ਮੈਂ ਵੁੱਡ ਨੂੰ ਯੂਜ਼ ਕਰ ਲਿਆ, ਪਿਛਲੇ ਦੇ ਵਿੱਚ ਮੈਂ ਯੂਜ਼ ਟੂ ਨੂੰ ਯੂਜ਼ ਕੀਤਾ, ਦੋਨੋਂ ਸੇਮ ਤਰੀਕੇ ਨਾਲ ਕੰਮ ਕਰਦੇ ਆ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਮੈਂ ਬਹੁਤੀ ਡਿਟੇਲ ਦੇ ਵਿੱਚ ਇੱਥੇ ਨਹੀਂ ਜਾਣਾ ਚਾਹੁੰਦਾ। ਸੋ ਇਸ ਕਰਕੇ ਸਟੂਡੈਂਟ ਦੇਖ ਲਓ ਕਿਵੇਂ ਯੂਜ਼ ਕੀਤਾ। ਜੇ ਤਾਂ ਮੈਨੂੰ ਇਹ ਕਿਹਾ ਹੁੰਦਾ ਵੀ ਤੁਸੀਂ ਆਪਣੀਆਂ ਲਾਸਟ ਹੌਲੀਡੇਜ਼ ਕਿਵੇਂ ਸਪੈਂਡ ਕੀਤੀਆਂ, ਮੈਂ ਕਹਿ ਸਕਦਾ ਸੀ ਆਈ ਵੈਂਟ ਟੂ ਮਾਈ ਮੈਟਰਨਲ ਅੰਕਲਸ ਹੋਮ। ਪਰ ਹੁਣ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਆਪਣੇ ਸਕੂਲ ਦੇ ਵਿੱਚ ਆਪਣੀਆਂ ਛੁੱਟੀਆਂ ਕਿਵੇਂ ਬਿਤਾਉਂਦੇ ਹੁੰਦੇ ਸੀ, ਤੇ ਹੁਣ ਮੈਂ ਆਨਸਰ ਦਿੱਤਾ ਕਿ ਮੈਂ ਆਪਣੀ ਸਕੂਲ ਦੇ ਦੌਰਾਨ ਆਪਣੇ ਮਾਮਿਆਂ ਦੇ ਜਾਂਦਾ ਹੁੰਦਾ ਸੀ। ਸੋ ਜਾਂਦਾ ਹੁੰਦਾ ਸੀ ਤੇ ਗਿਆ, ਇਹੀ ਬਸ ਪਾਸਟ ਇੰਡੈਫੀਨਿਟ ਐਂਡ ਯੂਜ਼ ਟੂ ਦੇ ਵਿੱਚ ਡਿਫਰੈਂਸ ਹੋਣਾ ਆ। ਅੱਗੇ ਇੱਕ ਹੋਰ ਕੁਐਸਚਨ ਦੇਖ ਲਈਏ, ਹਾਊ ਵਾਜ਼ ਯੂਅਰ ਚਾਈਲਡਹੁੱਡ, ਤੁਹਾਡਾ ਚਾਈਲਡਹੁੱਡ ਕਿਵੇਂ ਦਾ ਸੀਗਾ। ਸੋ ਜਦੋਂ ਵੀ ਤੁਹਾਨੂੰ ਇਦਾਂ ਦਾ ਕੁਐਸਚਨ ਪੁੱਛਿਆ ਜਾਵੇ ਸਟੂਡੈਂਟ ਉਦੋਂ ਤਾਂ ਤੁਸੀਂ ਪਾਸਟ ਇੰਡੈਫਿਨਿਟ ਵੈਸੇ ਹੀ ਨਹੀਂ ਯੂਜ਼ ਕਰਨਾ, ਇਹ ਟੈਂਸ ਨੂੰ ਯੂਜ਼ ਕਰਨਾ। ਆਈ ਯੂਜ਼ ਟੂ ਪਲੇ ਕ੍ਰਿਕਟ ਵਿਦ ਮਾਈ ਫਰੈਂਡਸ ਆਫਟਰ ਸਕੂਲ ਡਿਊਰਿੰਗ ਮਾਈ ਸਕੂਲ ਡੇਜ਼, ਆਪਣੇ ਸਕੂਲ ਡੇਜ਼ ਦੇ ਦੌਰਾਨ ਆਪਣੇ ਬਚਪਨ ਦੇ ਵਿੱਚ ਮੈਂ ਕੀ ਕਰਦਾ ਹੁੰਦਾ ਸੀ, ਕ੍ਰਿਕਟ ਖੇਡਦਾ ਹੁੰਦਾ ਸੀ ਆਪਣੇ ਦੋਸਤਾਂ ਦੇ ਨਾਲ, ਮੀਨਸ ਕਿ ਮੇਰਾ ਰਿਪੀਟਡ ਐਕਸ਼ਨ ਸੀਗਾ। ਆਈ ਵੁੱਡ ਸੇ ਇਟ ਵਾਜ਼ ਮਾਈ ਰੂਟੀਨ ਐਕਟੀਵਿਟੀ, ਮੈਂ ਕਹੂੰਗਾ ਕਿ ਇਹ ਮੇਰੀ ਰੂਟੀਨ ਦੀ ਐਕਟੀਵਿਟੀ ਸੀਗੀ, ਮੈਂ ਇੱਦਾਂ ਬਾਰ-ਬਾਰ ਰੈਗੂਲਰ ਹੀ ਕਰਦਾ ਹੁੰਦਾ ਸੀ। ਆਈ ਆਲਸੋ ਵੁੱਡ ਪਲੇ ਵੀਡੀਓ ਗੇਮਸ, ਮੈਂ ਹੋਰ ਕੀ ਕਰਦਾ ਹੁੰਦਾ ਸੀਗਾ ਜੀ, ਮੈਂ ਵੀਡੀਓ ਗੇਮਸ ਖੇਡਦਾ ਹੁੰਦਾ ਸੀ। ਇਟ ਮੀਨਸ ਕਿ ਮੈਂ ਆਪਣੇ ਬਚਪਨ ਦੇ ਵਿੱਚ ਵੀਡੀਓ ਗੇਮਸ ਖੇਡਦਾ ਹੁੰਦਾ ਸੀ। ਐਟ ਪ੍ਰੈਜ਼ੈਂਟ ਤਾਂ ਮੈਂ ਨਹੀਂ ਖੇਡਦਾ, ਬਟ ਉਸ ਸਮੇਂ ਮੇਰਾ ਐਕਸ਼ਨ ਰਿਪੀਟਡਲੀ ਹੁੰਦਾ ਸੀਗਾ। ਸੋ ਇਹ ਸੀਗਾ ਸਟੂਡੈਂਟ ਸਾਡਾ ਮੇਨ ਪਾਸਟ ਇੰਡੈਫੀਨਾਈਟ ਐਂਡ ਯੂਜ਼ ਟੂ। ਮੈਨੂੰ ਹੋਪ ਹੈ ਕਿ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਸਮਝ ਲੱਗਿਆ ਹੋਊਗਾ। ਅਗਰ ਸਮਝ ਲੱਗਿਆ ਤਾਂ ਪਲੀਜ਼ ਕਦੇ ਵੀ ਗਲਤੀ ਨਾ ਕਰਿਓ ਪਾਸਟ ਦੇ ਵਿੱਚ। ਵਧੀਆ ਸਕੋਰ ਅਚੀਵ ਕਰਨਾ ਤੇ ਸਟੂਡੈਂਟ ਨੇ ਪਾਸਟ ਵਿੱਚ ਕੁਐਸਚਨ ਪੁੱਛਣੇ ਆ, ਬਿਕੋਜ਼ ਉਹਨੂੰ ਪਤਾ ਪ੍ਰੈਜ਼ੈਂਟ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਬੋਲ ਲੈਂਦੇ ਆ, ਬਿਕੋਜ਼ ਉਹ ਰੈਗੂਲਰਲੀ ਅਸੀਂ ਬੋਲਦੇ ਹਾਂ। ਬਟ ਜਦੋਂ ਅਸੀਂ ਪਾਸਟ ਵੱਲ ਜਾਂਦੇ ਹਾਂ ਅਸੀਂ ਗਲਤੀਆਂ ਕਰਦੇ ਹਾਂ। ਕਿਹੜਾ ਟੈਂਸ ਕਦੋਂ ਯੂਜ਼ ਕਰਨਾ ਇਹ ਸਾਨੂੰ ਨਹੀਂ ਪਤਾ ਲੱਗਦਾ। ਹੋਪ ਹੈ ਕਿ ਤੁਹਾਨੂੰ ਪਾਸਟ ਇੰਡੈਫੀਨਾਈਟ ਐਂਡ ਯੂਜ਼ ਟੂ ਦੇ ਵਿੱਚ ਫਰਕ ਕਲੀਅਰ ਹੋ ਗਿਆ ਹੋਊਗਾ। ਪ੍ਰੈਕਟਿਸ ਜ਼ਰੂਰ ਕਰਿਓ, ਵੀਡੀਓ ਦੇ ਐਂਡ ਤੱਕ ਬਣੇ ਰਹੋ, ਮੈਂ ਐਂਡ ਦੇ ਵਿੱਚ ਸਾਰੇ ਸੈਂਟੈਂਸਸ ਵੀ ਤੁਹਾਨੂੰ ਇਹਦੇ ਨਾਲ ਕਰਵਾਉਣੇ ਹੈਗੇ ਆ। ਸੋ ਹੁਣ ਆਪਾਂ ਦੇਖਦੇ ਹਾਂ ਨੈਕਸਟ ਟੈਂਸ। The next tense is the past continuous. Past continuous ਨੂੰ ਕਦੋਂ ਯੂਜ਼ ਕਰਦੇ ਆ, ਜਦੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ action was in progress in past, ਮੀਨਸ ਕਿ ਜਿਹੜਾ ਸਾਡਾ ਐਕਸ਼ਨ ਆ ਉਹ ਪਾਸਟ ਵਿੱਚ ਕਿਸੇ ਸਮੇਂ ਤੇ ਚੱਲ ਰਿਹਾ ਸੀ, ਕੰਟੀਨਿਊ ਸੀਗਾ। ਜਾਂ ਫਿਰ ਮੈਂ ਕਹਿ ਲਵਾਂ ਕਿ when something else happened, ਜਾਂ ਫਿਰ ਆਪਾਂ ਕਹਿ ਦਈਏ ਕਿ ਇਹ ਐਕਸ਼ਨ ਉਦੋਂ ਚੱਲ ਰਿਹਾ ਸੀਗਾ ਜਦੋਂ ਕੁਝ ਹੋਰ ਹੋਇਆ। ਐਗਜ਼ਾਮਪਲਾਂ ਦੇ ਨਾਲ ਸਮਝਦੇ ਅੱਗੇ ਜਾ ਕੇ। ਐਗਜ਼ਾਮਪਲ ਦੇ ਤੌਰ ਤੇ ਆਈ ਵਾਜ਼ ਵਰਕਿੰਗ, ਮੈਂ ਕੰਮ ਕਰ ਰਿਹਾ ਸੀ, ਕਦੋਂ, ਵੈਨ ਯੂ ਕਾਲਡ ਮੀ ਯੈਸਟਰਡੇ। ਦੇਖੋ ਆਹ ਟੈਂਸ ਮੇਰਾ ਪਾਸਟ ਦਾ ਆ,
ਇਟ ਮੀਨਸ ਕੀ ਆ ਕਿ ਜਦੋਂ ਮੈਨੂੰ ਉਹਦਾ ਫੋਨ ਆਇਆ ਨਾ, ਮੈਂ ਕੰਮ ਕਰ ਰਿਹਾ ਸੀ। ਇਟ ਮੀਨਸ ਕੀ ਆ ਕਿ ਮੇਰਾ ਇੱਕ ਐਕਸ਼ਨ ਚੱਲ ਰਿਹਾ ਸੀਗਾ ਔਰ ਦੂਸਰੇ ਐਕਸ਼ਨ ਨੇ ਮੈਨੂੰ ਇੰਟਰਪਟ ਕੀਤਾ। ਇਹ ਵਾਲੇ ਟੈਂਸਾਂ ਦੇ ਵਿੱਚ ਹਮੇਸ਼ਾ ਹੀ ਸਟੂਡੈਂਟ ਕੰਟੀਨਿਊਸ ਪਲੱਸ ਪਾਸਟ ਇੰਡੈਫਿਨਿਟ ਦਾ ਕੰਬੀਨੇਸ਼ਨ ਯੂਜ਼ ਹੋਣਾ ਕਿ ਜਦੋਂ ਤੂੰ ਕੱਲ ਮੈਨੂੰ ਫੋਨ ਕੀਤਾ ਮੈਂ ਕੰਮ ਕਰ ਰਿਹਾ ਸੀ ਜਾਂ ਮੈਂ ਪੜ੍ਹ ਰਿਹਾ ਸੀਗਾ। ਪਾਸਟ ਕੰਟੀਨਿਊਸ ਪਲੱਸ ਪਾਸਟ ਇੰਡੈਫਿਨਾਈਟ। I was studying in college when my brother moved to Canada। ਸੋ ਇੱਥੇ ਮੈਂ ਕੀ ਕਹਿ ਰਿਹਾ ਕਿ ਜਦੋਂ ਮੇਰਾ ਭਰਾ ਕੈਨੇਡਾ ਮੂਵ ਹੋਇਆ, ਪਾਸਟ ਇੰਡੈਫਿਨਾਈਟ, ਮੇਰਾ ਐਕਸ਼ਨ ਉਦੋਂ ਕੀ ਚੱਲ ਰਿਹਾ ਸੀ, ਮੈਂ ਕਾਲਜ ਦੇ ਵਿੱਚ ਸਟੱਡੀ ਕਰ ਰਿਹਾ ਸੀਗਾ। ਸੋ ਇਹ ਹੈਗੀਆਂ ਇਹਦੀਆਂ ਐਗਜ਼ਾਮਪਲ। ਸਟਰਕਚਰ ਤੁਹਾਡੀ ਸਕਰੀਨ ਤੇ ਆ। ਸਬਜੈਕਟ ਪਲੱਸ ਵਾਜ਼ ਵਰਬ ਦੇ ਨਾਲ ਵਰਬ ਦੀ ਫੋਰਥ ਫਾਰਮ ਯੂਜ਼ ਕਰਨੀ ਹੈ। ਮੀਨਸ ਕਿ ਵਰਬ ਦੀ ਫਸਟ ਫਾਰਮ ਨਾਲ ING ਲਗਾ ਕੇ ਇਹਨੂੰ ਆਪਾਂ V4 ਕਹਿ ਦਿੰਦੇ ਆ, ਉਸ ਨੂੰ ਯੂਜ਼ ਕਰਾਂਗੇ। ਜਾਂ ਫਿਰ ਸਬਜੈਕਟ ਵਾਜ਼ ਵਰ ਨੋਟ ਨੂੰ ਆਪਾਂ ਨੈਗੇਟਿਵ ਦੇ, ਤੇ ਨੈਗੇਟਿਵ ਦੇ ਲਈ ਸਟੂਡੈਂਟ ਸਬਜੈਕਟ ਦੇ ਨਾਲ ਆਪਾਂ ਵਾਜ਼ ਵਰ ਨੋਟ ਲਗਾ ਕੇ V4 ਯੂਜ਼ ਕਰਾਂਗੇ। ਐਗਜ਼ਾਮਪਲ ਦੇ ਤੌਰ ਤੇ ਮਾਈ ਮੋਮ ਵਾਜ਼ ਵਾਚਿੰਗ ਟੈਲੀਵਿਜ਼ਨ ਵੈਨ ਹਰ ਫੋਨ ਰੈਂਗ। ਸੋ ਮੇਰੀ ਮਦਰ ਜਿਹੜੀ ਆ ਉਹ ਟੈਲੀਵਿਜ਼ਨ ਦੇਖ ਰਹੀ ਸੀਗੀ ਜਦੋਂ ਉਸਦੇ ਫੋਨ ਨੇ ਰਿੰਗ ਕੀਤੀ। ਪਾਸਟ ਇੰਡੈਫਿਨਿਟ, ਪਾਸਟ ਕੰਟੀਨਿਊਅਸ। ਟੀਚਰ ਵਾਜ਼ ਟੀਚਿੰਗ ਵੈਨ ਆਈ ਰੀਚਡ ਇਨ ਕਲਾਸ। ਜਦੋਂ ਮੈਂ ਕਲਾਸ ਵਿੱਚ ਪਹੁੰਚਿਆ ਮੇਰੀ ਟੀਚਰ ਪੜ੍ਹਾ ਰਹੀ ਸੀ। ਇਟ ਮੀਨਸ ਕਿ ਇੱਕ ਐਕਸ਼ਨ ਚੱਲ ਰਿਹਾ ਸੀ ਕੰਟੀਨਿਊਸਲੀ, ਇੱਕ ਐਕਸ਼ਨ ਵਿੱਚ ਹੋ ਗਿਆ, ਸੋ ਉਹਨੂੰ ਆਪਾਂ ਪਾਸਟ ਇੰਡੈਫਿਨਿਟ ਕਹਿੰਦੇ ਆ। ਸੋ ਦੋਨੋਂ ਟੈਂਸਸ ਇਕੱਠੇ ਸਟੂਡੈਂਟ ਸਪੀਕਿੰਗ 'ਚ ਬਹੁਤ ਜ਼ਿਆਦਾ ਯੂਜ਼ ਹੋਣੇ, ਅੱਗੇ ਜਾ ਕੇ ਦੱਸੂਗਾ ਕਿੱਦਾਂ ਯੂਜ਼ ਹੋਣੇ ਆ। ਹੁਣ ਇੱਥੇ ਮੈਂ ਕੁਐਸਚਨ ਕੁਛ ਪੁੱਟ ਕੀਤੇ ਆ। ਵੈਨ ਡਿਡ ਯੂ ਬਾਈ ਯੂਰ ਫਸਟ ਮੋਬਾਈਲ ਫੋਨ। ਤੁਸੀਂ ਆਪਣਾ ਪਹਿਲਾ ਮੋਬਾਈਲ ਫੋਨ ਕਦੋਂ ਖਰੀਦਿਆ? ਵੈਸੇ ਤਾਂ ਸਾਨੂੰ ਯਾਦ ਨਹੀਂ ਹੋਊਗਾ। ਆਨਸਰ ਦੇਣ ਦੇ ਲਈ ਆਪਾਂ ਇਹਨੂੰ ਵਧੀਆ ਬਣਾ ਸਕਦੇ ਹਾਂ। I can't vividly remember when I bought my first mobile phone। ਮੈਂ ਇਹਨੂੰ ਯਾਦ ਨਹੀਂ ਕਰ ਸਕਦਾ ਕਿ ਮੈਂ ਆਪਣਾ ਪਹਿਲਾ ਮੋਬਾਈਲ ਫੋਨ ਕਦੋਂ ਖਰੀਦਿਆ। ਹੁਣ ਮੈਂ ਕੰਟੀਨਿਊਸ ਨੂੰ ਯੂਜ਼ ਕਰੂੰਗਾ। I think I was studying in 10th class when I bought my first mobile phone। ਮੈਨੂੰ ਲੱਗਦਾ ਕਿ ਮੈਂ 10ਵੀਂ ਕਲਾਸ 'ਚ ਪੜ੍ਹ ਰਿਹਾ ਸੀਗਾ ਜਦੋਂ ਮੈਂ ਪਹਿਲੀ ਵਾਰੀ ਮੋਬਾਈਲ ਖਰੀਦਿਆ। ਸੋ ਮੇਰਾ ਉਸ ਸਮੇਂ ਇੱਕ ਐਕਸ਼ਨ ਚੱਲ ਰਿਹਾ ਸੀ। ਇਦਾਂ ਦੇ ਆਨਸਰ ਦੇਣਾ ਇੱਕ ਤਾਂ ਐਗਜ਼ਾਮੀਨਰ ਤੇ ਤੁਹਾਡਾ ਪ੍ਰਭਾਵ ਵਧੀਆ ਪਊਗਾ, ਬਿਕੋਜ਼ ਤੁਸੀਂ ਦੋ ਟੈਂਸਸ ਨੂੰ ਯੂਜ਼ ਕਰ ਰਹੇ ਆ ਔਰ ਉਹਨਾਂ ਨੂੰ ਕੰਪਲੈਕਸ ਬਣਾ ਕੇ ਯੂਜ਼ ਕਰਦੇ ਆ। ਤੇ ਕੰਪਲੈਕਸ ਸੈਂਟੈਂਸ ਦੇ ਸਟੂਡੈਂਟ ਉੱਦਾਂ ਹੀ ਸਾਨੂੰ 6+ ਨੰਬਰ ਮਿਲਣੇ ਹੀ ਮਿਲਣੇ ਹੁੰਦੇ ਆ। 7, 8 ਨੰਬਰ ਬੈਂਡ ਤੁਹਾਨੂੰ ਤਾਂ ਹੀ ਮਿਲਣੇ ਜੇਕਰ ਤੁਸੀਂ ਕੰਪਲੈਕਸ ਸੈਂਟੈਂਸ ਯੂਜ਼ ਕਰੋਗੇ। ਸੋ ਦੂਸਰਾ ਕੁਐਸਚਨ ਹੈਗਾ ਵੈਨ ਡਿਡ ਯੂ ਵਿਜ਼ਿਟ ਤਾਜ ਮਹਿਲ ਫॉर द फर्स्ट टाइम। ਤੁਸੀਂ ਤਾਜ ਮਹਿਲ ਪਹਿਲੀ ਵਾਰੀ ਕਦੋਂ ਗਏ? I went to ਤਾਜ ਮਹਿਲ for the first time when I was in my college। ਜਦੋਂ ਮੈਂ ਆਪਣੇ ਕਾਲਜ ਵਿੱਚ ਸੀ ਉਦੋਂ ਗਿਆ। ਹਮੇਸ਼ਾ ਇਦਾਂ ਯੂਜ਼ ਕਰੋ, ਕਦੀ ਵੀ ਇਹ ਨਾ ਕਹੋ I visited ਤਾਜ ਮਹਿਲ for last month। ਇਹਦੇ ਨਾਲ ਤੁਹਾਡਾ ਸੈਂਟੈਂਸ ਸਿੰਪਲ ਰਹੂਗਾ। ਕੰਟੀਨਿਊਸ ਐਂਡ ਪਾਸਟ ਇੰਡੈਫਿਨਿਟ ਦਾ ਕੰਬੀਨੇਸ਼ਨ ਯੂਜ਼ ਕਰੋ ਤਾਂ ਕਿ ਤੁਸੀਂ ਵਧੀਆ ਸੈਂਟੈਂਸ ਐਂਡ ਕੰਪਲੈਕਸ ਸੈਂਟੈਂਸ ਬਣਾ ਸਕੋ। ਐਂਡ ਲਾਸਟ ਵਨ ਇਜ਼ ਵੈਨ ਡਿਡ ਯੂ ਵਿਜ਼ਿਟ ਏ ਲਾਇਬ੍ਰੇਰੀ ਫॉर द फर्स्ट टाइम। ਤੁਸੀਂ ਲਾਇਬ੍ਰੇਰੀ ਦੇ ਵਿੱਚ ਸਭ ਤੋਂ ਪਹਿਲੀ ਵਾਰ ਕਦੋਂ ਗਏ? I visited a library for the first time when I was studying in my college। ਜਦੋਂ ਮੈਂ ਆਪਣੇ ਕਾਲਜ 'ਚ ਪੜ੍ਹ ਰਿਹਾ ਸੀਗਾ ਉਦੋਂ ਮੈਂ ਲਾਇਬ੍ਰੇਰੀ ਦੇ ਵਿੱਚ ਪਹਿਲੀ ਵਾਰ ਵਿਜ਼ਿਟ ਕੀਤਾ। ਸੋ ਸਟੂਡੈਂਟ ਹੋਪ ਆ ਕਿ ਤੁਹਾਨੂੰ ਸਮਝ ਆਈ ਹੋਊਗੀ ਪਾਸਟ ਇੰਡੈਫਿਨਾਈਟ ਐਂਡ ਪਾਸਟ ਕੰਟੀਨਿਊਸ ਨੂੰ ਇਕੱਠਿਆਂ ਨੂੰ ਕਦੋਂ ਯੂਜ਼ ਕਰਨਾ। ਐਂਡ ਪਾਸਟ ਕੰਟੀਨਿਊਸ ਦਾ ਵੈਸੇ ਮੀਨਿੰਗ ਕੀ ਹੈਗਾ? ਜਦੋਂ ਆਪਾਂ ਇਹ ਕਹਿਣਾ ਚਾਹੁੰਦੇ ਕਿ ਮੇਰਾ ਐਕਸ਼ਨ ਪਾਸਟ ਦੇ ਵਿੱਚ ਪ੍ਰੋਗਰੈਸ ਦੇ ਵਿੱਚ ਸੀਗਾ, ਚੱਲ ਰਿਹਾ ਸੀਗਾ। ਸੋ ਹੋਪ ਆ ਕਿ ਤੁਹਾਨੂੰ ਸਮਝ ਲੱਗੀ ਹੋਊਗੀ। ਨੈਕਸਟ ਸਟੂਡੈਂਟ ਲਾਸਟ ਵਨ ਦੇਖਦੇ ਹਾਂ, ਦੈਟ ਇਜ਼ ਰੀਅਲੀ ਵੈਰੀ ਇੰਪੋਰਟੈਂਟ। ਲਾਸਟ ਸਟੂਡੈਂਟ ਆ ਗਿਆ ਸਾਡਾ ਕੁਡ। ਕੁਡ ਕੀ ਹੁੰਦਾ? ਕੁਡ ਨੂੰ ਵਰਤਿਆ ਜਾਂਦਾ ਪਾਸਟ ਆਫ ਕੈਨ। ਇਹ ਮੀਨਸ ਕਿ ਕੈਨ ਦਾ ਪਾਸਟ ਹੁੰਦਾ, ਜਿਵੇਂ ਕਿ ਆਪਾਂ ਕੈਨ ਨੂੰ ਪ੍ਰੈਜ਼ੈਂਟ 'ਚ ਵਰਤ ਸਕਦੇ ਹਾਂ ਕਿ ਆਈ ਕੈਨ ਰੀਡ ਏ ਬੁੱਕ। ਇਟ ਮੀਨਸ ਕਿ ਮੈਂ ਹੁਣ ਇੱਕ ਕਿਤਾਬ ਪੜ੍ਹ ਸਕਦਾ, ਪ੍ਰੈਜ਼ੈਂਟ ਦੀ ਗੱਲ ਆ। ਬਟ ਪਾਸਟ ਵਿੱਚ ਅਸੀਂ ਕਈ ਵਾਰੀ ਕਿ ਆਪਣੀ ਐਬਿਲਿਟੀ ਜਾਂ ਕੈਪੇਬਿਲਿਟੀ ਸ਼ੋ ਕਰਨਾ ਚਾਹੁੰਦੇ ਹਾਂ, ਜਿਹੜੇ ਕਿ ਇਹਦੇ ਯੂਜ਼ਸ ਆ ਐਬਿਲਿਟੀ, ਪੋਸੀਬਿਲਿਟੀ ਇਨ ਪਾਸਟ। ਐਗਜ਼ਾਮਪਲ ਦੇ ਤੌਰ ਤੇ ਤੁਸੀਂ ਅਕਸਰ ਸੁਣਿਆ ਹੋਣਾ ਕਿ ਸਾਡੇ ਪੇਰੈਂਟਸ ਸਾਨੂੰ ਕਹਿ ਦਿੰਦੇ ਆ ਕਿ ਜਦੋਂ ਅਸੀਂ ਤੁਹਾਡੀ ਉਮਰ ਦੇ ਸੀਗੇ ਅਸੀਂ ਇੱਦਾਂ ਕਰ ਦਿੰਦੇ ਹੁੰਦੇ ਸੀ, ਠੀਕ ਆ। ਜਾਂ ਮੈਂ ਬੁੱਢਾ ਹੋ ਜਾਊਂਗਾ ਤੇ ਮੈਂ ਕੀ ਕਹੂੰਗਾ ਕਿ ਜਦੋਂ ਮੈਂ ਜਵਾਨ ਹੁੰਦਾ ਸੀਗਾ ਤੇ ਮੈਂ ਜੀ 50 ਕਿਲੋ ਵੇਟ ਚੱਕ ਲੈਂਦਾ ਹੁੰਦਾ ਸੀ, ਮੇਰੇ ਤੋਂ ਚੱਕ ਤਾਂ ਨਹੀਂ ਹੋਣਾ, ਮੇਰਾ ਸਰੀਰ ਮਾੜਾ ਜਿਹਾ ਹੀ ਆ। ਸੋ ਇਸ ਕਰਕੇ ਆਪਾਂ ਇਹਨੂੰ ਕੀ ਆ, ਪਾਸਟ ਦੀ ਐਬਿਲਿਟੀ ਸ਼ੋ ਕਰਦੇ ਹਾਂ। ਹੁਣ ਨਹੀਂ ਮੈਂ ਉਹ ਕੰਮ ਕਰ ਸਕਦਾ ਬਟ ਪਾਸਟ ਵਿੱਚ ਕਰ ਸਕਦਾ ਸੀਗਾ। ਐਗਜ਼ਾਮਪਲ ਲੈ ਲਈਏ ਦੀ I could not complete my work because I was sick yesterday। ਸੋ ਮੀਨਿੰਗ ਕੀ ਹੋ ਗਿਆ ਸਟੂਡੈਂਟ ਕਿ ਮੈਂ ਆਪਣਾ ਕੰਮ ਕੰਪਲੀਟ ਨਹੀਂ ਕਰ ਸਕਿਆ। ਗੱਲ ਕਦੋਂ ਦੀ ਆ? ਪਾਸਟ ਦੀ। ਕਿਉਂ? ਬਿਕੋਜ਼ ਕੱਲ ਮੈਂ ਕੀ ਸੀਗਾ ਜੀ? ਕੱਲ ਮੈਂ ਸੀਗਾ ਬਿਮਾਰ। ਸੋ ਕੱਲ ਦੀ ਗੱਲ ਹੋ ਗਈ। ਸੋ ਕੱਲ ਮੇਰੇ ਵਿੱਚ ਐਬਿਲਿਟੀ ਨਹੀਂ ਸੀਗੀ ਕੰਮ ਕਰਨ ਦੀ। ਕੱਲ ਮੈਂ ਬਿਲਕੁਲ ਕੰਮ ਕਰਨ ਦੇ ਅਯੋਗ ਸੀਗਾ, ਯੋਗ ਨਹੀਂ ਸੀ, ਕੰਮ ਨਹੀਂ ਕਰ ਸਕਦਾ ਸੀ। ਸੋ ਇਸ ਕਰਕੇ ਮੈਂ ਆਪਣੇ ਕੰਮ ਨੂੰ ਕੰਪਲੀਟ ਨਹੀਂ ਕਰ ਸਕਿਆ। ਸੋ ਸਿੰਪਲੀ ਪੰਜਾਬੀ 'ਚ ਕਹਿ ਦੇਵਾਂ ਤਾਂ ਇਹੀ, ਜਦੋਂ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੈਂ ਆ ਨਹੀਂ ਕਰ ਸਕਿਆ ਜਾਂ ਮੈਂ ਕੁਝ ਕਰ ਸਕਿਆ ਜਾਂ ਮੈਂ ਕੁਝ ਕਰ ਸਕਦਾ ਸੀ ਪਾਸਟ ਦੇ ਵਿੱਚ, ਦੈਨ ਤੁਸੀਂ ਕੁਡ ਨੂੰ ਯੂਜ਼ ਕਰਨਾ, ਕਦੀ ਵੀ ਕੈਨ ਨੂੰ ਯੂਜ਼ ਨਹੀਂ ਕਰਨਾ ਹੈਗਾ। ਨੈਕਸਟ ਕੁਐਸਚਨ ਹੀ ਕੁਡ ਨਾਟ ਰੀਚ। ਮੇਰੇ ਤੋਂ ਨੈਗੇਟਿਵ ਬਣ ਗਏ ਆ ਸਾਰੇ ਮੈਨੂੰ ਲੱਗਦਾ। ਸੋ ਆਈ ਕੁਡ ਨਾਟ ਰੀਚ ਔਨ ਟਾਈਮ। ਮੈਂ ਟਾਈਮ ਤੇ ਨਹੀਂ ਪਹੁੰਚ ਸਕਿਆ ਇਨ ਦਾ ਐਗਜ਼ਾਮ ਡਿਊ ਟੂ ਬੈਡ ਵੈਦਰ। ਸੋ ਬੈਡ ਵੈਦਰ ਦੇ ਕਰਕੇ ਮੈਂ ਐਗਜ਼ਾਮ ਦੇ ਵਿੱਚ ਨਹੀਂ ਪਹੁੰਚ ਸਕਿਆ। ਤੁਸੀਂ ਦੇਖ ਸਕਦੇ ਆ ਕਿ ਪਾਸਟ ਦੀ ਗੱਲ ਹੋ ਰਹੀ ਹੈ ਕਿ ਮੇਰਾ ਐਗਜ਼ਾਮ ਸੀਗਾ ਬਟ ਮੌਸਮ ਖਰਾਬ ਸੀ, ਇਸ ਕਰਕੇ ਮੈਂ ਪਹੁੰਚ ਨਹੀਂ ਸਕਿਆ।
फाइनली आई कुड नॉट गेट द ट्रेन एज आई वॉज लेट। मैं ट्रेन नहीं फड़ सकिया क्योंकि मैं लेट सी। सो ये गल मेरी पास्ट ਦੇ ਵਿੱਚ ਚਲ गई। सो हमेशा स्टूडेंट पास्ट ਦੇ ਲਈ ਤੁਸੀਂ ਕੁਡ ਨੂੰ यूज़ करना आ ਜਦੋਂ ਤੁਸੀਂ ਕੁਝ ਨਾ ਕੁਝ ਕਰਨ ਤੋਂ ਅਨੇਬਲ ਰਹਿ ਗਏ, ਕਰ ਨਹੀਂ ਸਕੇ ਉਹਨੂੰ। ਸੋ ਸਟਰਕਚਰ ਤੁਹਾਡੀ ਸਕਰੀਨ ਤੇ ਮੈਂ ਸੈਂਟੈਂਸ ਵੀ ਬਣਾ ਕੇ ਦੱਸਦੇ ਆ। ਸਬਜੈਕਟ ਪਲੱਸ ਕੁਡ ਪਲੱਸ ਵਰਬ ਦੀ ਫਸਟ ਫਾਰਮ, ਸਬਜੈਕਟ ਪਲੱਸ ਕੁਡ ਨਾਟ ਪਲੱਸ ਵਰਬ ਦੀ ਫਸਟ ਫਾਰਮ, ਅਫਰਮੇਟਿਵ ਐਂਡ ਨੈਗੇਟਿਵ ਸੈਂਟੈਂਸਸ ਦੋਨੋਂ ਇਹਦੇ ਨਾਲ ਬਣਨੇ ਆ। ਕਹਿਣ ਦਾ ਮੇਰਾ ਮਤਲਬ ਕੀ ਆ ਕਿ ਪਾਸਟ ਵਿੱਚ ਜਦੋਂ ਵੀ ਐਬਿਲਿਟੀ ਸ਼ੋ ਕਰਨੀ ਆ ਕੈਨ ਯੂਜ਼ ਨਾ ਕਰਿਓ ਕਦੇ ਵੀ, ਕੁਡ ਨੂੰ ਯੂਜ਼ ਕਰਨਾ। ਸੋ ਸਟੂਡੈਂਟਸ ਇਹ ਸੀਗੇ ਮੇਰੇ ਮੇਨ ਅੱਜ ਦੇ ਟੈਂਸ ਜਿਹੜੇ ਮੈਨੂੰ ਲੱਗਦਾ ਕਿ ਤੁਹਾਨੂੰ ਬਾਰ-ਬਾਰ ਪ੍ਰੈਕਟਿਸ ਕਰਕੇ ਇੰਪਰੂਵ ਕਰਨੇ ਚਾਹੀਦੇ ਆ ਤਾਂ ਕਿ ਸਪੀਕਿੰਗ ਜਿਹੜੀ ਆ ਉਹ ਵਧੀਆ ਹੋ ਸਕੇ ਐਂਡ ਤੁਸੀਂ ਆਪਣੇ ਕਿਊ ਕਾਰਡਸ ਖਾਸ ਕਰਕੇ ਜਿਹੜੇ ਪਾਸਟ ਵਿੱਚ ਜ਼ਿਆਦਾਤਰ ਆਉਂਦੇ ਆ ਉਹਨਾਂ ਨੂੰ ਈਜ਼ੀਲੀ ਬੋਲ ਸਕੋ। हाँ स्टूडेंट एक चीज़ होर इंपॉर्टेंट हैगी, ये नहीं है कि मैं ਤੁਹਾਨੂੰ ਅੱਜ ਟੈਂਸ ਦੱਸ ਦਿੱਤੇ ਤੇ ਤੁਸੀਂ ਫਲੂਐਂਟਲੀ ਇੰਗਲਿਸ਼ ਬੋਲਣ ਲੱਗ ਜਾਣਾ। ਕੋਸ਼ਿਸ਼ ਕਰਿਆ ਕਰੋ, ਪ੍ਰੈਕਟਿਸ ਕਰਿਆ ਕਰੋ। ਪ੍ਰੈਕਟਿਸ ਕਿਵੇਂ ਕਰਨੀ ਆ ਹੁਣੀ ਦੱਸਣ ਲੱਗਾ, ਬਸ ਵੀਡੀਓ ਦੇ ਵਿੱਚ ਬਣੇ ਰਹੋ। ਕਿਵੇਂ ਪ੍ਰੈਕਟਿਸ ਕਰਨੀ ਆ ਘਰੇ ਬੈਠ ਕੇ ਇਹਨਾਂ ਟੈਂਸਸ ਦੀ, ਸੋ ਹੁਣ ਆਪਾਂ ਦੇਖਦੇ ਹਾਂ। ਮੈਂ ਇੱਕ ਪੈਰਾਗ੍ਰਾਫ ਤਿਆਰ ਕੀਤਾ ਸਪੈਸ਼ਲੀ ਇਹਨਾਂ ਸਾਰੇ ਟੈਂਸਸ ਨੂੰ ਯੂਜ਼ ਕਰਕੇ ਤਾਂ ਕਿ ਤੁਸੀਂ ਜਿਹੜਾ ਇਹ ਸਮਝ ਸਕੋ ਕਿ ਮੈਂ ਕਿਵੇਂ ਇਹਨਾਂ ਟੈਂਸਸ ਨੂੰ ਯੂਜ਼ ਕਰ ਸਕਦਾ ਤੇ ਤੁਸੀਂ ਖੁਦ ਕਿਵੇਂ ਪ੍ਰੈਕਟਿਸ ਕਰ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਆਪਾਂ। I started college after completing senior secondary in 2011। ਸੋ ਮੈਂ ਕੀ ਕਿਹਾ ਸੀਗਾ ਕਿ ਪਾਸਟ ਇੰਡੈਫੀਨਾਈਟ ਨੂੰ ਕਦੋਂ ਯੂਜ਼ ਕਰਨਾ, ਜਦੋਂ ਸਾਡਾ ਐਕਸ਼ਨ ਕਿਸੇ ਇੱਕ ਟਾਈਮ ਦੇ ਵਿੱਚ ਹੋਇਆ ਹੋਵੇ। ਜਿੱਦਾਂ ਮੈਂ ਇੱਥੇ ਲਿਖਿਆ 2011 ਦੇ ਵਿੱਚ। ਸੋ 2011 ਇੱਕੋ ਸਾਲ ਸੀਗਾ, ਉਦੋਂ ਮੈਂ ਆਪਣਾ ਕਾਲਜ ਸਟਾਰਟ ਕੀਤਾ। ਵਰਬ ਦੀ ਸੈਕਿੰਡ ਫਾਰਮ ਮੈਂ ਇੱਥੇ ਸਟਾਰਟਡ ਯੂਜ਼ ਕੀਤੀ ਹੋਈ ਆ। ਮਾਈ ਫਰੈਂਡਸ ਆਲਸੋ ਗੋਟ ਐਨਰੋਲਡ ਇਨ ਦਾ ਕਾਲਜ ਵਿਦ ਮੀ। ਸੋ ਉਸੇ ਹੀ ਸਮੇਂ ਦੇ ਵਿੱਚ ਮੇਰੇ ਫਰੈਂਡਸ ਨੇ ਵੀ ਐਡਮਿਸ਼ਨ ਲਿਆ ਕਾਲਜ ਦੇ ਵਿੱਚ ਮੇਰੇ ਨਾਲ। ਇਹ ਵੀ ਪਾਸਟ ਇੰਡੈਫੀਨਾਈਟ ਆ ਬਿਕੋਜ਼ ਇੱਕ ਵਾਰ ਹੀ ਐਕਸ਼ਨ ਹੋਇਆ ਸੀਗਾ। ਦ ਕਾਲਜ ਵਾਜ਼ ਜਸਟ ਏ ਵਾਕਿੰਗ ਡਿਸਟੈਂਸ ਫਰੋਮ ਮਾਈ ਹੋਮ। ਜਿਹੜਾ ਕਾਲਜ ਸੀ, ਹੁਣ ਵਾਜ਼ ਦੇ ਨਾਲ ਜਦੋਂ ਕੋਈ ਹੋਰ ਵਰਬ ਨਹੀਂ ਲੱਗਦੀ ਤਾਂ ਸਟੂਡੈਂਟ ਇਹ ਸਿੰਪਲ ਸੈਂਟੈਂਸ ਬਣ ਜਾਂਦਾ। ਉਦੋਂ ਇਹ ਸਿਰਫ ਦੱਸਦਾ ਆ ਕਿ ਕੋਈ ਚੀਜ਼ ਕਿਵੇਂ ਸੀਗੀ। ਜਿੱਦਾਂ ਮੈਂ ਕਹਿ ਰਿਹਾ ਕਿ ਕਾਲਜ ਸੀ, ਕਾਲਜ ਕੀ ਸੀਗਾ, ਜਸਟ ਏ ਵਾਕਿੰਗ ਡਿਸਟੈਂਸ ਫਰੋਮ ਮਾਈ ਹੋਮ, ਮੀਨਸ ਕਿ ਮੇਰੇ ਘਰ ਤੋਂ ਨੇੜੇ ਹੀ ਸੀਗਾ, ਆਪਾਂ ਤੁਰ ਕੇ ਵੀ ਉੱਥੇ ਜਾ ਸਕਦੇ ਸੀਗੇ। ਬਟ ਵੀ ਯੂਜ਼ ਟੂ ਗੋ ਬਾਏ ਬਾਈਕ। ਹੁਣ ਇਹਦਾ ਮੀਨਿੰਗ ਕੀ ਹੋ ਗਿਆ, ਯੂਜ਼ ਟੂ, ਪਰ ਅਸੀਂ ਬਾਈਕ ਤੇ ਜਾਂਦੇ ਹੁੰਦੇ ਸੀ। ਜਾਂਦੇ ਹੁੰਦੇ ਸੀ ਕਿਉਂ ਲੱਗਿਆ, ਬਿਕੋਜ਼ ਮੈਂ ਰੈਗੂਲਰਿਟੀ ਦੀ ਗੱਲ ਕਰਦਾ, ਮੈਂ ਰਿਪੀਟਡ ਐਕਸ਼ਨ ਦੀ ਗੱਲ ਕਰਦਾ। ਇੱਦਾਂ ਨਹੀਂ ਮੈਂ ਕਹੂੰਗਾ ਕਿ ਮੈਂ ਇੱਕ ਵਾਰੀ ਕਾਲਜ ਬਾਈਕ ਤੇ ਗਿਆ, ਮੈਂ ਕਿਹਾ ਮੈਂ ਜਾਂਦਾ ਹੁੰਦਾ ਸੀ। ਯੂਜ਼ ਟੂ ਦਾ ਮੀਨਿੰਗ ਹੋ ਗਿਆ। ਇਟ ਵਾਜ਼ ਰੀਅਲੀ ਅ ਗੋਲਡਨ ਪੀਰੀਅਡ ਆਫ ਮਾਈ ਲਾਈਫ। ਇਟ ਵਾਜ਼ ਰੀਅਲੀ, ਇਹ ਕੀ ਸੀਗਾ ਜੀ, ਮੇਰੀ ਲਾਈਫ ਦਾ ਗੋਲਡਨ ਪੀਰੀਅਡ ਸੀਗਾ। ਮੈਂ ਸਿੰਪਲ ਸੈਂਟੈਂਸ ਸਟੂਡੈਂਟ ਇਹਦੇ ਵਿੱਚ ਕਰਾਇਆ ਨਹੀਂ, ਬਟ ਇੰਨਾ ਤੁਸੀਂ ਆਪ ਵੀ ਸਮਝ ਸਕਦੇ ਆ। ਸੋ ਇਟ ਵਾਜ਼ ਏ ਰੀਅਲੀ ਅ ਗੋਲਡਨ ਪੀਰੀਅਡ ਆਫ ਮਾਈ ਲਾਈਫ। ਇਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਪੀਰੀਅਡ ਸੀਗਾ, ਗੋਲਡਨ ਪੀਰੀਅਡ ਸੀਗਾ। ਬਿਕੋਜ਼ ਵੀ ਇੰਜੋਇਡ, ਇੱਥੇ ਫਿਰ ਮੈਂ ਪਾਸਟ ਇੰਡੈਫੀਨਿਟ ਯੂਜ਼ ਕੀਤਾ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਇੰਜੋਏ ਜਿਹੜਾ ਕੀਤਾ। ਸੋ ਸਟੂਡੈਂਟ ਇੱਥੇ ਫਿਰ ਮੈਂ ਪਾਸਟ ਇੰਡੈਫੀਨਿਟ ਯੂਜ਼ ਕੀਤਾ ਬਿਕੋਜ਼ ਉਸ ਪੀਰੀਅਡ ਨੂੰ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ। ਗੋਲਡਨ ਪੀਰੀਅਡ ਮੇਰਾ ਟਾਈਮ ਬਣ ਗਿਆ, ਇਸ ਕਰਕੇ ਮੈਂ ਇੱਥੇ ਪਾਸਟ ਇੰਡੈਫੀਨਿਟ ਹੀ ਯੂਜ਼ ਕੀਤਾ। ਵੀ ਇੰਜੋਇਡ ਅ ਲੋਟ ਡਿਊਰਿੰਗ ਦੈਟ ਟਾਈਮ, ਉਸ ਸਮੇਂ ਦੇ ਵਿੱਚ। ਇੱਕ ਵਾਰ ਦੀ ਗੱਲ ਆ। ਵੈਨ ਆਈ ਵਾਜ਼ ਸਟੱਡਿੰਗ ਇਨ ਮਾਈ ਕਾਲਜ ਡਿਊਰਿੰਗ ਗ੍ਰੈਜੂਏਸ਼ਨ, ਜਦੋਂ ਮੈਂ ਆਪਣੇ ਕਾਲਜ ਵਿੱਚ ਪੜ੍ਹ ਰਿਹਾ ਸੀਗਾ ਆਪਣੀ ਗ੍ਰੈਜੂਏਸ਼ਨ ਦੇ ਦੌਰਾਨ। ਕੰਟੀਨਿਊਸ ਆ ਗਿਆ, ਮੇਰਾ ਐਕਸ਼ਨ ਕੰਟੀਨਿਊਸ ਹੀ ਚੱਲ ਰਿਹਾ ਸੀ। ਆਈ ਯੂਜ਼ ਟੂ ਸਪੈਂਡ ਮੋਸਟ ਆਫ ਮਾਈ ਟਾਈਮ ਵਿਦ ਮਾਈ ਫਰੈਂਡਸ। ਮੈਂ ਆਪਣਾ ਜ਼ਿਆਦਾਤਰ ਸਮਾਂ ਆਪਣੇ ਦੋਸਤਾਂ ਨਾਲ ਬਿਤਾਉਂਦਾ ਹੁੰਦਾ ਸੀ, ਮੀਨਸ ਕੀ ਕਰਦਾ ਹੁੰਦਾ ਸੀ ਰਿਪੀਟਡਲੀ। ਐਂਡ ਇਨ ਦਾ ਲਾਇਬ੍ਰੇਰੀ, ਤੇ ਲਾਇਬ੍ਰੇਰੀ ਵਿੱਚ ਵੀ ਆਪਣਾ ਸਮਾਂ ਬਿਤਾਉਂਦਾ ਹੁੰਦਾ ਸੀ। I had great interest in reading books। ਇੱਥੇ ਹੈਡ ਜਿਹੜਾ ਸਟੂਡੈਂਟ ਯੂਜ਼ ਕੀਤਾ, ਪਾਸਟ ਦੀ ਸੈਕਿੰਡ ਫਾਰਮ ਯੂਜ਼ ਕੀਤੀ ਹੈ ਹੈਵ ਦੀ। I had great interest ਮੀਨਸ ਕਿ ਮੇਰਾ ਬਹੁਤ ਜ਼ਿਆਦਾ ਦਿਲਚਸਪੀ ਸੀ। ਪਾਸਟ ਦੀ ਗੱਲ ਕਰਦਾ ਪਿਆ, ਜੇ ਇੱਥੇ ਹੈਵ ਲੱਗਿਆ ਹੁੰਦਾ ਇਹਦਾ ਮਤਲਬ ਕਿ ਮੇਰੀ ਇੰਟਰਸਟ ਹੈ, ਹੁਣ ਹੈਗਾ ਆ। ਸੋ ਪਾਸਟ ਦੇ ਵਿੱਚ I had great interest in reading books, so I would regularly go to library and spend quality time there। so I would ਮੀਨਸ ਕਿ ਫਿਰ ਰਿਪੀਟਡ ਐਕਸ਼ਨ, ਮੈਂ ਲਾਇਬ੍ਰੇਰੀ ਵਿੱਚ ਜਾਂਦਾ ਹੁੰਦਾ ਸੀ ਤੇ ਉੱਥੇ ਆਪਣਾ ਟਾਈਮ ਸਪੈਂਡ, ਕਾਫੀ ਵਧੀਆ ਟਾਈਮ ਸਪੈਂਡ ਕਰਦਾ ਹੁੰਦਾ ਸੀ। some of my friends would be with me also। ਕੁਝ ਕੁ ਮੇਰੇ ਫਰੈਂਡ ਵੀ ਮੇਰੇ ਨਾਲ ਹੁੰਦੇ ਸੀ। ਅਪਾਰਟ ਫਰੋਮ ਦਿਸ, ਇਸ ਤੋਂ ਇਲਾਵਾ we would love to spend some time in the college canteen where we made a number of memories। we would love to spend, ਅਸੀਂ ਆਪਣਾ ਸਮਾਂ ਕੰਟੀਨ ਵਿੱਚ ਬਿਤਾਉਣਾ ਪਸੰਦ ਕਰਦੇ ਹੁੰਦੇ ਸੀ। where, ਜਿੱਥੇ we made a number of memories, ਜਿੱਥੇ ਅਸੀਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਇਕੱਠੀਆਂ ਕੀਤੀਆਂ ਜਾਂ ਯਾਦਾਂ ਬਣਾਈਆਂ। I spent 3 years of my life in the college which were really more enjoyable। ਸੋ ਮੈਂ ਆਪਣੀ ਲਾਈਫ ਦੇ 3 ਸਾਲ ਆਪਣੀ ਕਾਲਜ ਦੇ ਵਿੱਚ ਬਿਤਾਏ ਆ। ਸਪੈਂਟ ਸੈਕਿੰਡ ਫਾਰਮ ਲੱਗੀ ਇੱਥੇ ਵੀ। ਵੰਸ ਆਈ ਵਾਜ਼ ਰੀਡਿੰਗ ਏ ਬੁੱਕ ਇਨ ਦਾ ਲਾਇਬ੍ਰੇਰੀ, ਇੱਕ ਵਾਰ ਮੈਂ ਲਾਇਬ੍ਰੇਰੀ ਦੇ ਵਿੱਚ ਕਿਤਾਬ ਪੜ੍ਹ ਰਿਹਾ ਸੀ। ਐਂਡ ਵਨ ਆਫ ਮਾਈ ਫਰੈਂਡਸ, ਇੱਥੇ ਫਰੈਂਡਸ ਹੁਣ ਆਏਗਾ ਸਟੂਡੈਂਟ। ਵਨ ਆਫ ਮਾਈ ਫਰੈਂਡਸ ਕਾਲਡ, ਮੇਰੇ ਇੱਕ ਦੋਸਤ ਨੇ ਮੈਨੂੰ ਫੋਨ ਕੀਤਾ। ਸੋ ਮੇਰਾ ਐਕਸ਼ਨ ਕੰਟੀਨਿਊਸਲੀ ਚੱਲ ਰਿਹਾ ਸੀ, ਵਿੱਚੋਂ ਮੈਨੂੰ ਦੂਸਰਾ ਫੋਨ ਆ ਗਿਆ, ਮੇਰਾ ਐਕਸ਼ਨ ਇੰਟਰਪਟ ਕੀਤਾ ਗਿਆ। ਸੋ ਮੀ ਟੂ ਕਮ ਆਊਟ ਆਫ ਦਾ ਲਾਇਬ੍ਰੇਰੀ, ਮੇਰੇ ਫਰੈਂਡ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਉਹਨੇ ਕਿਹਾ ਕਿ ਲਾਇਬ੍ਰੇਰੀ ਤੋਂ ਬਾਹਰ ਆ ਜਾ।
ਐਜ਼ ਦਾ ਬਿਹੇਵੀਅਰ ਆਫ ਹਿਮ ਵਾज ਨॉट यूजुअल। ਸੋ ਸਟੂਡੈਂਟ ਆ ਮੇਰੇ ਤੋਂ ਲਾਈਨ ਪਤਾ ਨਹੀਂ ਇੱਥੇ ਕਿਉਂ ਪੈ ਗਈ ਹੈ, ਗਲਤ ਹੋ ਗਈ ਹੈ। ਸੋ ਆਈ ਕੁਡ ਨਾਟ ਸਟਾਪ ਮੀ ਫਰੋਮ ਸਟਾਪਿੰਗ ਰੀਡਿੰਗ ਬੁੱਕ। ਪਰ ਕੀ ਕਿਹਾ ਮੈਂ ਆਪਣੇ ਆਪ ਨੂੰ ਕਿਤਾਬ ਪੜ੍ਹਨ ਤੋਂ ਰੋਕ ਨਹੀਂ ਸਕਿਆ। ਮੀਨਸ ਕਿ ਮੇਰੇ ਵਿੱਚ ਐਬਿਲਿਟੀ ਨਹੀਂ ਸੀਗੀ ਕਿ ਮੈਂ ਕਿਤਾਬ ਨੂੰ ਪੜ੍ਹਨੋਂ ਰੋਕ ਸਕਾਂ। ਐਂਡ ਲੀਵ ਦਾ ਲਾਇਬ੍ਰੇਰੀ, ਤੇ ਲਾਇਬ੍ਰੇਰੀ ਨੂੰ ਲੀਵ ਕਰਾਂ। ਮੀਨਸ ਕਿ ਮੈਂ ਨਹੀਂ ਕਰ ਸਕਿਆ ਇਹ ਕੰਮ। ਕਿਉਂ ਨਹੀਂ ਕਰ ਸਕਿਆ? ਮੈਂ ਇੱਥੇ ਲਿਖਿਆ ਸੀਗਾ, ਮੇਰੇ ਤੋਂ ਮੈਨੂੰ ਲੱਗਦਾ ਕੱਟ ਹੋ ਗਈ ਲਾਈਨ ਉਹ, ਬਿਕੋਜ਼ ਇਟ ਵਾਜ਼ ਮਾਈ ਐਗਜ਼ਾਮ ਨੈਕਸਟ ਡੇ, ਮੇਰਾ ਅਗਲੇ ਦਿਨ ਐਗਜ਼ਾਮ ਸੀ। ਦ ਲਾਇਬ੍ਰੇਰੀਅਨ ਆਸਕਡ ਮੀ ਹੋਣਾ ਸੀਗਾ ਸਟੂਡੈਂਟ। ਲਾਇਬ੍ਰੇਰੀਅਨ ਨੇ ਮੈਨੂੰ ਪੁੱਛਿਆ ਵਾਈ ਆਰ ਯੂ ਗੋਇੰਗ ਸਡਨਲੀ, ਉਹਨੇ ਮੈਨੂੰ ਕਿਹਾ। ਸੋ ਸਟੂਡੈਂਟ ਆ ਜਿਹੜਾ ਮੇਰਾ ਥੋੜਾ ਇੱਥੇ ਮੈਂ ਮਿਸਟੇਕ ਕਰ ਗਿਆ ਲਿਖਣ ਦੇ ਵਿੱਚ, ਮੈਨੂੰ ਕੱਟਣ ਲੱਗਿਆ। ਵੈਸੇ ਵੀ ਵੀਡੀਓ ਲੰਬੀ ਹੋ ਰਹੀ ਆ, ਮੈਨੂੰ ਲੱਗਦਾ ਥੋੜਾ ਮੇਰੀ ਕਹਾਣੀ ਇੱਧਰ ਉੱਧਰ ਹੋ ਗਈ ਸੀਗੀ। ਤੇ ਮੈਨੂੰ ਜਿਹੜੀ ਚਲੋ ਮੇਰਾ ਜਿਹੜਾ ਐਫਰਟ ਸੀਗਾ ਅੱਜ ਦਾ ਉਹ ਇਹ ਸੀਗਾ ਕਿ ਮੈਂ ਟੈਂਸ ਸਿਰਫ ਤੁਹਾਨੂੰ ਟੈਂਸ ਦੱਸ ਕੇ ਨਹੀਂ ਛੱਡ ਦਿੱਤੇ ਵੀ ਆਹ ਟੈਂਸ ਆ ਜੀ ਬਣਾ ਲਓ। ਇਹਨਾਂ ਨੂੰ ਬਣਾਉਣੇ ਕਿੱਦਾਂ ਤੁਹਾਨੂੰ ਪੈਰਾਗ੍ਰਾਫ ਵੀ ਬਣਾ ਕੇ ਦੱਸਿਆ ਤਾਂ ਕਿ ਤੁਸੀਂ ਵੀ ਪ੍ਰੈਕਟਿਸ ਕਰ ਸਕੋ ਸਟੂਡੈਂਟਸ। ਇਸ ਕਰਕੇ ਰੈਗੂਲਰਲੀ ਪ੍ਰੈਕਟਿਸ ਕਰਨੀ ਹੈ। ਸੋ ਸਟੂਡੈਂਟਸ ਮੇਰੇ ਤੋਂ ਥੋੜੀ ਜਿਹੀ ਮਿਸਟੇਕ ਹੋ ਗਈ ਹੈ ਉੱਥੇ, ਇਸ ਕਰਕੇ ਮੈਂ ਨੀਚੀਆਂ 2-4 ਲਾਈਨਾਂ ਕੱਟ ਦਿੱਤੀਆਂ। ਸ਼ਾਇਦ ਮੇਰੀ ਕਹਾਣੀ ਗਲਤ ਹੋ ਗਈ ਸੀਗੀ। ਸੋ ਮੇਰੇ ਕਹਿਣ ਦਾ ਮਤਲਬ ਸਟੂਡੈਂਟ ਇਹ ਆ ਕਿ ਜਿਹੜਾ ਮੇਰਾ ਮਕਸਦ ਸੀਗਾ ਉਹ ਤੁਹਾਨੂੰ ਸੀਗਾ ਟੈਂਸਿਸ ਸਿਖਾਉਣੇ, ਬਿਕੋਜ਼ ਪਾਸਟ ਟੈਂਸ ਬਹੁਤ ਜ਼ਿਆਦਾ ਸਪੀਕਿੰਗ 'ਚ ਯੂਜ਼ ਹੁੰਦਾ। ਅਗਰ ਤੁਸੀਂ ਯੂਜ਼ ਨਹੀਂ ਕਰੋਗੇ ਤਾਂ ਡੈਫੀਨੇਟਲੀ ਤੁਹਾਨੂੰ ਪ੍ਰੋਬਲਮਸ ਆਉਣਗੀਆਂ, ਸਕੋਰ ਇੰਪਰੂਵ ਨਹੀਂ ਹੋਊਗਾ। ਸੋ ਸਟੂਡੈਂਟ ਮੇਰੇ ਕਹਿਣ ਦਾ ਮਤਲਬ ਕਿ ਮੇਰਾ ਮਕਸਦ ਇਕੱਲਾ ਹੀ ਨਹੀਂ ਸੀਗਾ ਤੁਹਾਨੂੰ ਟੈਂਸ ਕਰਾ ਦਿੱਤਾ ਯੂਜ਼ ਕਰੋ। ਉਹਨਾਂ ਟੈਂਸਸ ਨੂੰ ਯੂਜ਼ ਕਿਵੇਂ ਕਰਨਾ ਮੈਂ ਇਹ ਵੀ ਤੁਹਾਨੂੰ ਕਰਾਇਆ। ਮੈਂ ਤੁਹਾਨੂੰ ਸਪੈਸ਼ਲ ਪੈਰਾਗ੍ਰਾਫ ਬਣਾ ਕੇ ਦਿੱਤਾ ਤਾਂ ਕਿ ਤੁਸੀਂ ਖੁਦ ਵੀ ਇੱਕ ਪੈਰਾਗ੍ਰਾਫ ਇਸ ਤਰੀਕੇ ਨਾਲ ਬਣਾ ਕੇ ਪ੍ਰੈਕਟਿਸ ਕਰ ਸਕੋ। ਬਹੁਤ ਸਾਰੇ ਸਟੂਡੈਂਟ ਅਕਸਰ ਕਹਿੰਦੇ ਆ ਕਿ ਸਰ ਸਾਡੀ ਪ੍ਰੈਕਟਿਸ ਨਹੀਂ ਹੁੰਦੀ। ਪ੍ਰੈਕਟਿਸ ਤਾਂ ਹੀ ਨਹੀਂ ਹੁੰਦੀ ਬਿਕੋਜ਼ ਤੁਸੀਂ ਪ੍ਰੈਕਟਿਸ ਕਰਦੇ ਨਹੀਂ ਹੈਗੇ। ਜਦੋਂ ਵੀ ਕੋਈ ਟੈਂਸ ਚੀਜ਼ ਨਵੀਂ ਸਿੱਖਦੇ ਹੋ ਉਹਦੀ ਪ੍ਰੈਕਟਿਸ ਕਰੋ, ਇਸ ਤਰੀਕੇ ਨਾਲ ਪੈਰਾਗ੍ਰਾਫਸ ਬਣਾਓ, ਬੋਲ ਕੇ ਦੇਖੋ ਤਾਂ ਕਿ ਤੁਸੀਂ ਈਜ਼ੀਲੀ ਜਿਹੜਾ ਆ ਉਹ ਕੰਮ ਕਰ ਸਕੋ। ਸੋ ਸਟੂਡੈਂਟ ਹੋਪ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ। ਲਾਸਟ ਤੇ ਇੱਕ ਵਾਰ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਕਿ ਅਗਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਸਟੂਡੈਂਟ ਡੋਂਟ ਫੋਰਗੇਟ ਟੂ download my TouchSky app from the Google Play Store and subscribe my YouTube channel if you want and if you like my content। बहुत ज़्यादा मेहनत की है स्टूडेंट। सो इस करके मेहनत करके जी वीडियो बनाने लाइक जरूर करा करो। जेकर लाइक करते हैं, अगर तुहानू कोई डाउट आ कोई प्रॉब्लम आ कमेंट कर सकते हैं। डिसलाइक का बटन भी तुहाडी स्क्रीन पर अगर कंटेंट चंगा नहीं लगता। एंड डोंट फॉरगेट टू फॉलो मी ऑन फेसबुक एंड इंस्टाग्राम वेयर यू ऐप नू जरूर डाउनलोड करना एंड चैनल सबसक्राइब करना ना भूलना। थैंक यू।